ਵਾਹਿਗੁਰੂ 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 ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਆਪਾਂ ਸਾਰੀ ਸਤਸੰਗ ਰੂਪ ਦੇ ਵਿੱਚ ਇੱਕ ਪਰਿਵਾਰ ਦੇ ਰੂਪ ਵਿੱਚ ਜੁੜ ਬੈਠੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ। ਗੁਰਮੁਖ ਪਿਆਰਿਆਂ ਨੇ ਆਪਾਂ ਨੂੰ ਦੱਸਿਆ, ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਸਤਿਗੁਰਾਂ ਦਾ ਓਢ ਆਸਰਾ ਲੈਂਦੇ ਹੋਏ ਪਰਸੋਂ ਰੋਜ਼ ਤੋਂ ਅਖੰਡ ਪਾਠ ਸਾਹਿਬ ਆਰੰਭ ਸਨ ਤੇ ਜਿਨ੍ਹਾਂ ਦੇ ਅੱਜ ਭੋਗ ਪਈ। ਜੋ ਗੁਰਬਾਣੀ ਗੁਰੂ ਵਿੱਚ ਆਪਾਂ ਨੂੰ ਸਤਿਗੁਰਾਂ ਨੇ 1 ਤੋਂ ਲੈ ਕੇ 18 10-20 ਤੱਕ ਭੇਜ ਦਿੱਤਾ ਹੈ ਬਈ ਅਸੀਂ ਕਿਵੇਂ ਪਰਮਾਤਮਾ ਨਿਰੰਕਾਰ ਤੋਂ ਵਿਛੜੇ ਹਾਂ ਅਤੇ ਕਿਵੇਂ ਅਸੀਂ ਹੁਣ ਵਾਪਸ ਮਿਲਾਪ ਕਰਨਾ। ਇਹ ਸਾਰੀ ਸਾਡੇ ਮਨ ਦੀ ਜਿਹੜੀ ਅਵਸਥਾ ਹੈ, ਅਵਸਥਾ ਦੱਸੀ ਜਾਂਦੀ ਹੈ। ਜਦੋਂ ਆਪਾਂ ਸਤਿਗੁਰਾਂ ਦੀ ਗੁਰਬਾਣੀ ਨੂੰ ਪੜ੍ਹਦੇ ਹਾਂ, ਸੁਣਦੇ ਹਾਂ, ਫਿਰ ਅਸੀਂ ਨਾਲ ਨਾਲ ਆਪਣੇ ਆਪੇ ਦੀ ਪੜਚੋਲ ਕਰਨੀ ਹੁੰਦੀ ਹੈ ਕਿ ਸਾਡਾ ਮਨ ਹੈ ਜਿਹੜਾ ਉਹ ਕਿੱਥੇ ਖੜਾ ਹੈ, ਕਿੰਨੀ ਕੁ ਸਾਡੇ ਮਨ ਦੀ ਅਵਸਥਾ ਜਿਹੜੀ ਉਹ ਬਣੀ ਹੈ, ਕਿੰਨਾ ਕੁ ਅਸੀਂ ਸਤਿਗੁਰੂ ਜੋ ਸਾਨੂੰ ਇਹ ਮਾਰਗ ਦੱਸ ਰਹੇ ਅਸੀਂ ਸਫ਼ਰ ਤੈਅ ਕੀਤਾ ਹੈ, ਕਿੰਨਾ ਕੁ ਸਾਡਾ ਸਫ਼ਰ ਜਿਹੜਾ ਉਹ ਹਜੇ ਬਾਕੀ ਹੈ। ਉਹ ਫਿਰ ਆਪਾਂ ਗੁਰਬਾਣੀ ਗੁਰੂ ਦੇ ਆਧਾਰ 'ਤੇ ਆਪਣੇ ਆਪੇ ਦੀ ਇਹ ਪਰਖ ਕਰਨੀ ਹੁੰਦੀ। ਹੁਣ ਉਹਦੇ ਵਾਸਤੇ ਸਤਿਗੁਰੂ ਫਿਰ ਆਪਾਂ ਨੂੰ ਇਹ ਸਾਰਾ ਜਿਹੜਾ ਮਾਰਗ, ਜਿਹਨੂੰ ਲਿਵ ਦਾ ਮਾਰਗ ਕਹਿੰਦੇ, ਪ੍ਰੇਮ ਦਾ ਪੰਥ ਕਹਿੰਦੇ, ਜਿਹਨੂੰ ਸੰਤ ਮਾਰਗ ਕਹਿੰਦੇ, ਇਹ ਫਿਰ ਸਾਨੂੰ ਸਾਰਾ ਹੀ ਪ੍ਰੇਮ ਦਾ ਮਾਰਗ ਦੱਸਦੇ। ਜਿਹੜਾ ਮਾਰਗ ਸੰਸਾਰ ਦੇ ਵਿੱਚ ਆ ਕੇ ਸਾਡਾ ਮਨ ਭੁੱਲ ਜਾਂਦਾ ਹੈ, ਜਿਸ ਵਰਦਾਈ ਮਾਰੇ ਫਰਮਾਉਂਦੇ ਪੰਥਾ ਪ੍ਰੇਮ ਨ ਜਾਣੀ ਭੂਲੀ ਫਿਰੇ ਗਵਾਰ, ਕਿ ਜਿਹੜਾ ਪ੍ਰੇਮ ਦਾ ਪੰਥ ਸੀ, ਜਿਹੜਾ ਮਾਲਕ ਨੂੰ ਮਿਲਾਪ ਦਾ ਰਾਹ ਸੀ, ਉਹ ਰਸਤਾ ਸਾਡਾ ਮਨ ਇੱਥੇ ਆ ਕੇ ਭੁੱਲ ਗਿਆ ਤੇ ਅਗਿਆਨਤਾ ਦੇ ਵਿੱਚ ਇਹਨੇ ਧਾਰ ਦੇ ਰਸਤੇ ਦੇ ਉੱਤੇ ਚੱਲਣਾ ਸ਼ੁਰੂ ਕਰ ਦਿੱਤਾ। ਗੁਰਬਾਣੀ ਗੁਰੂ ਵਿੱਚ ਆਪਾਂ ਨੂੰ 2 ਮਾਰਗ, 2 ਰਾਹ ਦੱਸੇ ਸਤਿਗੁਰਾਂ ਨੇ ਕਿ ਇੱਕ ਤਾਂ ਹੈ ਲਿਵ ਦਾ ਮਾਰਗ, ਜਿਹਨੂੰ ਪ੍ਰੇਮ ਦਾ ਪੰਥ ਕਹਿੰਦੇ, ਸੰਤ ਮਾਰਗ। ਦੂਸਰਾ ਮਾਰਗ ਹੈ ਧਾਤ ਦਾ ਮਾਰਗ, ਜਿਹੜਾ ਮਨਮੁਖਾਂ ਦਾ ਰਸਤਾ ਹੈ ਤੇ ਜਿਹੜਾ ਅੱਗੇ ਆਕਾਰਾਂ ਦੇ ਵਿੱਚ ਜਾਂਦਾ, ਜਿਹੜਾ ਅੱਗੇ ਜੂਨਾਂ ਦੇ ਵਿੱਚ ਜਾਂਦਾ। ਹੁਣ ਇਹ 2 ਹੀ ਰਾਹ ਨੇ, ਤੀਜਾ ਹੋਰ ਕੋਈ ਵੀ ਸਤਿਗੁਰੂ ਕਹਿੰਦੇ ਰਾਹ ਹੈ ਨਹੀਂ। ਲੈਵ ਧਾਤ 2 ਹੀ ਰਾਹੋ ਹੈ, ਹੁਕਮੀ ਕਾਰ ਕਮਾਏ ਕੇ 2 ਹੀ ਰਾਹ ਨੇ। ਹੁਣ ਜਿਹੜਾ ਤਾਂ ਲੈਵ ਦਾ ਮਾਰਗ, ਇਹ ਸਾਡਾ ਮਨ ਛੱਡ ਕੇ ਜਦੋਂ ਧਾਤ ਦੇ ਮਾਰਗ ਦੇ ਉੱਤੇ ਚੱਲਦਾ ਹੈ
ਇਹਦੇ ਉੱਤੇ ਫਿਰ ਦੁਖੀ ਹੁੰਦਾ, ਇਹਦੇ ਉੱਤੇ ਸ਼ਾਂਤ ਹੁੰਦਾ। ਜਦੋਂ ਅਸੀਂ ਧਾਰ ਦੇ ਮਾਰਗ 'ਤੇ ਚੱਲਦੇ, ਸਾਡੇ ਮਨ 'ਚ ਕਲੇਸ਼, ਸਾਡੇ ਤਨ ਵਿੱਚ ਕਲੇਸ਼, ਸਾਡੇ ਪਰਿਵਾਰ ਦੇ ਵਿੱਚ ਕਲੇਸ਼, ਫਿਰ ਇਹ ਸਾਰੇ ਸਮਾਜ ਦੇ ਵਿੱਚ ਕਲਾ ਕਲੇਸ਼ ਵੱਧ ਜਾਂਦਾ। ਇਹ ਜਿਹੜਾ ਧਾਰ ਦਾ ਮਾਰਗ ਹੈ, ਇਹ ਫਿਰ ਅੱਗੇ ਜੂਨਾਂ 'ਚ ਜਾਂਦਾ, ਇਹ ਸਾਡੇ ਘਰ ਨੂੰ ਨਹੀਂ ਜਾਂਦਾ। ਜਿਹੜੇ ਜੀਵ ਇਸ ਮਾਰਗ ਦੇ ਉੱਤੇ ਚੱਲਦੇ, ਫਿਰ ਉਹਨਾਂ ਦੀ ਸਤਿਗੁਰੂ ਸਾਨੂੰ ਪਹਿਚਾਣ ਦੱਸਦੇ ਵੀ ਉਹਨਾਂ ਦੇ ਅੰਦਰ ਕੀ ਹੁੰਦਾ ਹੈ, ਕਿਹੜਾ ਉਹ ਜੁਗਤੀ, ਕਿਹੜਾ ਉਹ ਤਰੀਕਾ ਵਰਤਦੇ ਨੇ। ਮਾਰੇ ਕਹਿੰਦੇ ਵੈਰ ਵਿਰੋਧ, ਕਾਮ ਕ੍ਰੋਧ ਮੋਹ, ਝੂਠ ਬੇਕਾਰ, ਮਹਾ ਲੋਭ ਧਰੋ, ਇਹ ਆਹੂੰ ਜੁਗਤ ਬਿਹਾਨੇ ਕਈ ਜਨ। ਕਿ ਜਦੋਂ ਸਾਡਾ ਮਨ ਇਹ ਰਸਤੇ 'ਤੇ ਚੱਲਦਾ ਅਤੇ ਫਿਰ ਇਹ ਅੱਗੇ ਵਾਪਸ ਕਾਰਾਂ ਦੇ ਵਿੱਚ, ਵਾਪਸ ਜੂਨਾਂ ਦੇ ਵਿੱਚ ਜਾਂਦਾ ਹੈ। ਅਸੀਂ ਜਿਹੜੀ ਇਹ ਜੀਵਨ ਦੀ ਬਾਜੀ ਨੂੰ ਅਸੀਂ ਹਾਰਦੇ ਹਾਂ ਜਦੋਂ ਇਹ ਸਾਡੇ ਅੰਦਰ ਦੁਬਦਾ ਆਉਂਦੀ, ਜਦੋਂ ਸਾਡੇ ਅੰਦਰ ਇਹ ਵੈਰ ਵਿਰੋਧ ਆਉਂਦਾ ਹੈ। ਤਾਂਹੀਓ ਸਾਨੂੰ ਫਿਰ ਸਤਿਗੁਰੂ ਸਮਝਾਉਂਦੇ, ਜਨਮ ਪਦਾਰਥ ਦੁਬਦਾ ਖੋਵੇ, ਆਪ ਨਾ ਚੀਨਸ ਭਰਮ ਭਰਮ ਰੋਵੇ। ਜੇ ਅਸੀਂ ਇਹ ਦੁਬਦਾ ਦੇ ਮਾਰਗ 'ਤੇ ਚੱਲਾਂਗੇ, ਵੈਰ ਵਿਰੋਧ ਰੱਖਾਂਗੇ, ਅਤੇ ਸਾਨੂੰ ਅੱਗੇ ਜੂਨਾਂ 'ਚ ਜਾਣਾ ਪੈਣਾ, ਅਤੇ ਫਿਰ ਸਾਨੂੰ ਪਛਤਾਉਣਾ ਪੈਣਾ ਕਿ ਜੀਵਨ ਮਿਲਿਆ ਸੀ ਮਾਨਸ ਜਾਮਾ ਬੜੇ ਚਿਰ ਬਾਅਦ, ਉਹ ਵੀ ਦੁਬਦਾ ਦੇ ਵਿੱਚ ਪੈ ਕੇ ਸਾਰਾ ਵਿਅਰਥ ਖਰਾਬ ਕਰ ਲਿਆ। ਇਸ ਵਾਸਤੇ ਫਿਰ ਸਤਿਗੁਰੂ ਸਾਨੂੰ ਸਮਝਾਉਂਦੇ ਵੀ ਤੁਸੀਂ ਇਹ ਦੁਬਦਾ ਦਾ ਮਾਰਗ ਛੱਡ ਕੇ, ਵੈਰ ਵਿਰੋਧ ਵਾਲਾ, ਤੁਸੀਂ ਇਹ ਪ੍ਰੇਮ ਦੇ ਮਾਰਗ 'ਤੇ ਚੱਲੋ, ਇਹ ਸੰਤ ਮਾਰਗ ਦੇ ਉੱਤੇ ਚੱਲੋ। ਪਰ ਮਹਾਰਾਜ ਫਿਰ ਦੱਸਦੇ ਵੀ ਇਹ ਸੰਤ ਮਾਰਗ ਦੇ ਉੱਤੇ ਚੱਲਣ ਵਾਸਤੇ ਸਤਿਗੁਰੂ ਆਪ ਹੀ ਸਾਡੇ ਉੱਤੇ ਕਿਰਪਾ ਕਰਨ, ਦਇਆ ਕਰਨ, ਅਤੇ ਫਿਰ ਅਸੀਂ ਇਸ ਮਾਰਗ ਦੇ ਉੱਤੇ ਚੱਲਦੇ ਹਾਂ ਜੋ ਆਪ ਨੂੰ ਸਤਿਗੁਰਾਂ ਨੇ ਹੁਕਮਨਾਮਾ ਬਖਸ਼ਿਸ਼ ਕੀਤਾ। ਹਮ ਅੰਧਲੇ ਅੰਧ ਵਿਖੇ ਵਿਖਰਾਤੇ, ਕਿਉਂ ਚਾਲੀ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੇ ਆਪਨ ਪਾਲੀ। ਬਈ ਅਸੀਂ ਇੱਧਰ ਵਿਖ ਦੇ ਵਿੱਚ, ਜ਼ਹਿਰ ਦੇ ਵਿੱਚ ਇੰਨਾ ਜ਼ਿਆਦਾ ਸਾਡਾ ਮਨ ਰਚ ਗਿਆ, ਇਹ ਅੰਨਾ ਹੋ ਚੁੱਕਿਆ, ਇਹ ਬੋਲਾ ਹੋ ਚੁੱਕਿਆ ਹੈ। ਅਤੇ ਇਹਦਾ ਭੇਦ ਵੀ ਸਾਨੂੰ ਉਦੋਂ ਆਉਂਦਾ ਜਦੋਂ ਅਸੀਂ ਸਤ ਸੰਗਤ ਕਰਦੇ ਹਾਂ, ਜਦੋਂ ਅਸੀਂ ਸਿਮਰਨ ਕਰਦੇ ਹਾਂ, ਫਿਰ ਸਾਨੂੰ ਪਤਾ ਲੱਗਦਾ ਵੀ ਸਾਡਾ ਮਨ ਅੰਨਾ ਹੈ ਜਾਂ ਬੋਲਾ ਹੈ। ਨਹੀਂ ਤਾਂ ਜਦ ਤੱਕ ਜੀਵ ਸੰਗਤ ਨਹੀਂ ਕਰਦਾ, ਉਹਨੂੰ ਇਹ ਵੀ ਨਹੀਂ ਭੇਤ ਆਉਂਦਾ ਹੈ ਵੀ ਮੈਂ ਅੰਨਾ ਜਾਂ ਮੈਂ ਬੋਲਾ ਹਾਂ। ਇਹ ਜਦੋਂ ਸਾਡੇ ਮਨ ਨੂੰ ਸੋਝੀ ਹੁੰਦੀ, ਜਦੋਂ ਇਹਨੂੰ ਗਿਆਨ ਹੁੰਦਾ ਹੈ, ਫਿਰ ਇਹ ਮਨ ਬੇਨਤੀ ਕਰਦਾ, ਫਿਰ ਇਹ ਜੋਦੜੀ ਕਰਦਾ ਵੀ ਮੈਂ ਤਾਂ ਇੱਧਰ ਜ਼ਹਿਰ ਦੇ ਵਿੱਚ ਇੰਨਾ ਰਚ ਗਿਆ ਵੀ ਤੁਸੀਂ ਕਿਰਪਾ ਕਰੋ ਵੀ ਮੈਨੂੰ ਇੱਥੋਂ ਕੱਢੋ, ਵੀ ਆਪਣੇ ਮੈਨੂੰ ਪੱਲੇ ਦੇ ਨਾਲ ਲਾ ਲਓ, ਆਪਦੇ ਚਰਨਾਂ ਦੇ ਨਾਲ ਲਾ ਲਓ। ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੇ ਆਪਨ ਪਾਲੀ। ਹੁਣ ਸਤਿਗੁਰ ਦਾ ਪੱਲਾ ਕੀ ਹੈ? ਨਾਮ। ਆਵਾਂ ਨੂੰ ਮਾਰੇ ਸਮਝਾਉਂਦੇ ਵੀ ਜੋ ਨਾਮ ਹੈ ਪਰਮਾਤਮਾ ਦੀ ਆਵਾਜ਼, ਉਹ ਸਤਿਗੁਰ ਦਾ ਪੱਲਾ ਹੈ, ਉਹ ਸਤਿਗੁਰ ਦੇ ਚਰਨ ਨੇ। ਹੁਣ ਮਾਲਕ ਕਿਰਪਾ ਕਰਕੇ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਵੇ ਅਤੇ ਉਹ ਚਰਨਾਂ ਦਾ ਭੇਤ ਸਾਨੂੰ ਸਤਿਗੁਰੂ ਫਿਰ ਦਿੰਦੇ ਨੇ। ਗੁਰਬਾਣੀ ਗੁਰੂ ਸਾਨੂੰ ਦਿੰਦੇ ਵੀ ਉਹ ਚਰਨ ਹੈ ਕਿੱਥੇ ਨੇ, ਉਹ ਚਰਨਾਂ ਦੇ ਨਾਲ ਕਿਵੇਂ ਅਸੀਂ ਜੁੜਨਾ। ਅਤੇ ਮਹਾਰਾਜ ਸਾਨੂੰ ਫਿਰ ਸਮਝਾਉਂਦੇ ਵੀ ਚਰਨ ਨੇ ਪਰਮਾਤਮਾ ਦੇ ਬਚਨ। ਜਿਵੇਂ ਗੁਰਬਾਣੀ ਗੁਰੂ ਦੇ ਚਰਨ, ਗੁਰੂ ਸਾਹਿਬਾਨਾਂ ਦੇ ਬਚਨ, ਭਗਤਾਂ ਦੇ ਬਚਨ, ਇਹ ਗੁਰਬਾਣੀ ਗੁਰੂ ਦੇ ਚਰਨ ਨੇ। ਅਤੇ ਪਰਮਾਤਮਾ ਦੇ ਚਰਨ ਨੇ ਉਹਨਾਂ ਦੇ ਮੁਖ ਦੇ ਬਚਨ, ਉਹਨਾਂ ਦੀ ਆਵਾਜ਼ ਮੁਖ ਦੀ, ਜਿਹਨੂੰ ਨਾਮ ਆਖੀਏ, ਜਿਹਨੂੰ ਸਹਿਜ ਧੁਨ ਆਖੀਏ, ਜਿਹਨੂੰ ਨਾਦ ਸ਼ਬਦ ਗੁਰੂ ਦਾ ਨਾਮ ਦਿੱਤਾ ਹੈ, ਉਹ ਪਰਮਾਤਮਾ ਦੇ ਚਰਨ ਨੇ, ਵਾਹਿਗੁਰੂ ਦੇ ਚਰਨ ਨੇ।
ਹੁਣ ਜਦੋਂ ਅਸੀਂ ਗੁਰਬਾਣੀ ਗੁਰੂ ਦੇ ਚਰਨਾਂ ਦੇ ਨਾਲ ਲੱਗਾਂਗੇ ਤੇ ਗੁਰਬਾਣੀ ਗੁਰੂ ਸਾਨੂੰ ਅੱਗੇ ਪਰਮਾਤਮਾ ਦੇ ਚਰਨਾਂ ਦੇ ਨਾਲ ਜੋੜ ਦਿੰਦੇ। ਇਸ ਵਾਸਤੇ ਫਿਰ ਸਾਨੂੰ ਸਮਝਾਉਂਦੇ ਵੀ ਜੋ ਗੁਰਬਾਣੀ ਗੁਰੂ ਨੂੰ ਗੁਰਮੁਖ ਮੰਨਦੇ, ਸਤ ਬਚਨ ਕਰਕੇ ਇਹਨਾਂ ਦੇ ਦੱਸੇ ਹੋਏ ਮਾਰਗ 'ਤੇ ਚੱਲਦੇ, ਉਹਨਾਂ ਨੂੰ ਫਿਰ ਇਹ ਅੱਗੇ ਸਤਿਗੁਰੂ ਪਰਮਾਤਮਾ ਦੇ ਚਰਨਾਂ ਦੇ ਨਾਲ ਸ਼ਬਦ ਗੁਰੂ ਨਾਲ ਜੋੜ ਦਿੰਦੇ ਨੇ। ਮਾਰੇ ਫਰਮਾਉਂਦੇ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਕਿ ਜਿਹੜਾ ਸੇਵਕ ਮੰਨਦਾ ਉਹਨੂੰ ਅੱਗੇ ਜੋੜਦੇ ਨੇ। ਹੁਣ ਮੰਨਣਾ ਕੀ ਹੈ? ਮੰਨਣਾ ਇਕੱਲਾ ਇਹ ਨਹੀਂ ਹੈ ਵੀ ਅਸੀਂ ਆਏ ਤੇ ਮੱਥਾ ਟੇਕਿਆ, ਪ੍ਰਸ਼ਾਦ ਲਿਆ ਤੇ ਅਸੀਂ ਮੰਨਦੇ। ਮੰਨਣ ਦਾ ਭਾਵ ਹੁੰਦਾ ਵੀ ਬਚਨ ਕਮਾਉਣਾ, ਬਚਨ ਮੰਨਣਾ। ਜਿਹਦਾ ਅਸੀਂ ਬਚਨ ਮੰਨਾਂਗੇ ਤੇ ਸਾਡੇ ਅੰਦਰ ਬਦਲਾਅ ਆਏਗਾ, ਅਸੀਂ ਪਰਮਾਤਮਾ ਦੇ ਚਰਨਾਂ ਨਾਲ ਜੁੜਾਂਗੇ। ਜੇ ਅਸੀਂ ਬਚਨ ਨਹੀਂ ਮੰਨਦੇ ਫਿਰ ਸਤਿਗੁਰੂ ਕਹਿੰਦੇ ਵੀ ਚਾਹੇ ਕਿੰਨੀ ਵਾਰੀ ਆਵੋ ਜਾਓ, ਚਾਹੇ 100 ਵਾਰੀ ਜੀਵ ਆਵੇ ਮੱਥਾ ਟੇਕੇ, ਪਰ ਜਦ ਤੱਕ ਉਹ ਬਚਨ ਨਹੀਂ ਮੰਨਦਾ ਉਹਨਾਂ ਸਮਾਂ ਉਹਦੇ ਅੰਦਰ ਕੋਈ ਬਦਲਾਅ ਨਹੀਂ ਆਉਂਦਾ, ਉਹਦਾ ਮਨ ਨਹੀਂ ਬਦਲਦਾ ਹੈ। ਮਹਾਰਾਜ ਕਹਿੰਦੇ ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਓ, ਉਸ ਨੂੰ ਸੁੱਖ ਨਾ ਉਪਜੇ ਭਾਵੇਂ 100 ਗੇੜਾ ਆਵੋ ਜਾਓ। ਬਈ ਜਦ ਤੱਕ ਅਸੀਂ ਸਤਿਗੁਰਾਂ ਦਾ ਬਚਨ ਨਹੀਂ ਮੰਨਦੇ ਉਹਨਾਂ ਸਮਾਂ ਸਾਡਾ ਮਨ ਹੈ ਜਿਹੜਾ ਮਨ ਨਹੀਂ ਬਦਲਦਾ ਹੈ। ਸਾਡੇ ਅੰਦਰ ਜਿਹੜਾ ਜ਼ਹਿਰ ਚੜਿਆ ਮਾਇਆ ਦਾ, ਜ਼ਹਿਰ ਉਤਰਦਾ ਨਹੀਂ ਹੈ, ਜ਼ਹਿਰ ਲੱਥਦਾ ਨਹੀਂ ਹੈ। ਇਸ ਵਾਸਤੇ ਫਿਰ ਸਾਨੂੰ ਸਮਝਾਉਂਦੇ ਵੀ ਮੰਨਣਾ ਹੈ ਸਤਿਗੁਰਾਂ ਦਾ ਬਚਨ ਮੰਨਣਾ। ਜਿਵੇਂ ਹੁਣ ਆਪਾਂ ਸਾਰੇ ਗੁਰੂ ਘਰ ਆਉਂਦੇ ਹਾਂ, ਸਤਿਗੁਰਾਂ ਪਾਸ ਆਉਂਦੇ ਹਾਂ, ਇੱਥੇ ਆਪਾਂ ਆਉਂਦੇ ਹਾਂ ਗੁਰੂ ਦੀ ਮੱਤ ਲੈਣ ਵਾਸਤੇ। ਸੰਸਾਰ ਦੀਆਂ ਦੁਨਿਆਵੀ ਗੱਲਾਂ ਉਹ ਤਾਂ ਆਪਾਂ ਘਰਾਂ 'ਚ ਵੀ ਕਰਦੇ ਹਾਂ, ਜੇ ਆਪਾਂ ਇੱਥੇ ਆ ਕੇ ਵੀ ਉਹੀਓ ਕਰਨੀਆਂ ਫਿਰ ਸਾਨੂੰ ਇੱਥੇ ਆਉਣ ਦਾ ਫਾਇਦਾ ਕੀ ਹੈ? ਇੱਥੇ ਆਪਾਂ ਆਉਣਾ ਗੁਰੂ ਦੀ ਮੱਤ ਲੈਣ ਵਾਸਤੇ, ਗੁਰੂ ਦੇ ਬਚਨ ਸੁਣਨ ਵਾਸਤੇ ਵੀ ਗੁਰੂ ਸਾਨੂੰ ਕੀ ਉਪਦੇਸ਼ ਕਰ ਰਹੇ ਹੈ। ਤੇ ਗੁਰੂ ਦੀ ਮੱਤ ਲੈਣ ਵਾਸਤੇ ਸਭ ਤੋਂ ਵੱਡੀ ਜਿਹੜੀ ਰੁਕਾਵਟ ਹੈ, ਥੋੜੀ ਘੱਟ ਕਰਦੇ ਵਾਲੇ, ਸਤਿਗੁਰੂ ਕਹਿੰਦੇ ਵੀ ਗੁਰੂ ਦੀ ਮੱਤ ਲੈਣ ਵਾਸਤੇ ਸਭ ਤੋਂ ਵੱਡੀ ਜਿਹੜੀ ਰੁਕਾਵਟ ਹੈ ਉਹ ਸਾਡੀ ਆਪਣੀ ਮੱਤ ਹੈ, ਸਾਡੀ ਆਪਣੀ ਸੋਚ, ਸਾਡੀ ਆਪਣੀ ਸਿਆਣਪ, ਉਹ ਵਿੱਚ ਸਭ ਤੋਂ ਵੱਡੀ ਰੁਕਾਵਟ ਖੜੀ ਹੈ। ਤੇ ਮਹਾਰਾਜ ਕਹਿੰਦੇ ਵੀ ਉਹਨੂੰ ਛੱਡਣਾ ਪੈਣਾ ਹੈ। ਜੇ ਅਸੀਂ ਗੁਰੂ ਦੀ ਮੱਤ ਲੈਣੀ ਚਾਹੁੰਦੇ ਹਾਂ ਤੇ ਸਾਨੂੰ ਆਪਦੀ ਮੱਤ ਛੱਡਣੀ ਪੈਂਦੀ ਹੈ। ਤੇ ਨਾਲ ਹੀ ਸਾਨੂੰ ਇਹ ਵੀ ਦੱਸ ਦਿੱਤਾ ਵੀ ਆਪਦੀ ਮੱਤ ਹੀ ਛੱਡਣੀ ਔਖੀ ਹੈ, ਕਠਨ ਹੈ। ਮਹਾਰਾਜ ਫਰਮਾਉਂਦੇ ਮਨ ਕੀ ਮੱਤ ਤਿਆਗੋ ਹਰਿ ਜਨ, ਇਹਾਂ ਬਾਤ ਕਠੈਨੀ। ਹੁਣ ਸਤਿਗੁਰੂ ਕਹਿੰਦੇ ਵੀ ਇਹ ਕਠਨ ਹੈ ਤੇ ਇਹਨੂੰ ਛੱਡਣ ਵਾਸਤੇ ਫਿਰ ਆਪਾਂ ਨੂੰ ਸਿਮਰਨ ਕਰਨਾ ਪੈਂਦਾ, ਉੱਦਾਂ ਹੀ ਛੱਡੀ ਨਹੀਂ ਜਾਂਦੀ। ਜੇ ਅਸੀਂ ਆਖੀਏ ਵੀ ਅਸੀਂ ਉੱਦਾਂ ਆਪਦੀ ਮੱਤ ਛੱਡ ਦਾਂਗੇ ਤੇ ਨਹੀਂ ਛੱਡੀ ਜਾਣੀ, ਕਿਉਂਕਿ ਔਖੀ ਹੈ। ਤੇ ਆਪਾਂ ਹੁਣ ਚਾਹੁੰਦੇ ਹਾਂ ਜੇ ਗੁਰੂ ਦੀ ਮੱਤ ਲੈਣ ਵਾਸਤੇ ਸਤਿਗੁਰੂ ਦੀ ਮੱਤ ਸਾਨੂੰ ਆਵੇ, ਸਾਡੀ ਬੁੱਧ ਵਿਵੇਕ ਹੋਵੇ, ਸਾਨੂੰ ਵਿਵੇਕ ਗਿਆਨ ਹੋ ਜੇ, ਤੇ ਫਿਰ ਸਾਨੂੰ ਕਹਿੰਦੇ ਵੀ ਪਹਿਲਾਂ ਆਪਦੀ ਮੱਤ ਛੱਡੋ। ਤੇ ਆਪਾਂ ਪੁੱਛਦੇ ਵੀ ਆਪਦੀ ਮੱਤ ਜਿਹੜੀ ਛੱਡੀ ਕਿਵੇਂ ਜਾਵੇ, ਤੇ ਉਹ ਕਹਿੰਦੇ ਫਿਰ ਸਿਮਰਨ ਕਰੋ। ਤੇ ਆਪਾਂ ਪੁੱਛਦੇ ਵੀ ਕਿੰਨਾ ਸਮਾਂ ਕਰੀਏ, ਤੇ ਮਹਾਰਾਜ ਕਹਿੰਦੇ ਅਨ ਦਿਨ ਕਰਨਾ ਪੈਣਾ। ਇਹ ਨਹੀਂ ਵੀ ਅਸੀਂ ਘੰਟਾ ਕਰ ਲਿਆ ਜਾਂ 2 ਘੰਟੇ ਕਰ ਲਿਆ ਤੇ ਮੁੜ ਕੇ ਸੰਸਾਰ ਦੀ ਆਪਦੀਆਂ ਵਿਚਾਰਾਂ ਫਿਰ ਸ਼ੁਰੂ ਕਰ ਲਈਆਂ, ਇਹ ਫਿਰ ਨਹੀਂ ਛੱਡੀ ਜਾਣੀ, ਫਿਰ ਅਸੀਂ ਫਿਰ ਉਹਨੂੰ ਦ੍ਰਿੜ ਕਰ ਲਿਆ ਹੋਰ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਅਨ ਦਿਨ ਹਰ ਹਰ ਨਾਮ ਤੇ ਆਵੋ, ਗੁਰ ਸਤਿਗੁਰ ਕੀ ਮੱਤ ਲੈਣੀ। ਬਈ ਅਸੀਂ ਚਾਹੁੰਦੇ ਹਾਂ ਸਤਿਗੁਰ ਦੀ ਮੱਤ ਲੈਣੀ ਤੇ ਸਾਨੂੰ ਪਹਿਲਾਂ ਸਿਮਰਨ ਕਰਨਾ ਪੈਣਾ। ਜਿਹੜਾ ਜੀਵ ਸਿਮਰਨ ਨਹੀਂ ਕਰਦਾ ਉਹਨੂੰ ਸਤਿਗੁਰ ਦੀ ਮੱਤ ਨਹੀਂ ਆਉਂਦੀ, ਕਿਉਂਕਿ ਉਹ ਆਪਦੀ ਮੱਤ ਵਰਤਦਾ ਤੇ ਆਪਦੀ ਮੱਤ ਵਰਤਦੇ ਅਸੀਂ
ਤੇ ਉਦੋਂ ਹੀ ਅਸੀਂ ਦੁਖੀ ਹੁੰਦੇ ਹਾਂ। ਤਾਂਹੀਓ ਸਾਡੇ ਮਨ 'ਚ ਕਲੇਸ਼ ਹੈ। ਜਦੋਂ ਅਸੀਂ ਆਪਦੀ ਮੱਤ ਵਰਤਾਂਗੇ ਸਾਨੂੰ ਚਿੰਤਾ, ਫਿਕਰ, ਆਸ਼ਾ, ਅਭਿਲਾਸ਼ਾਵਾਂ, ਤ੍ਰਿਸ਼ਨਾਵਾਂ, ਸਹਿੰਸੇ, ਫਿਕਰ, ਚਿੰਤਾਵਾਂ ਇਹ ਸਾਨੂੰ ਲੱਗੀਆਂ ਰਹਿਣਗੀਆਂ, ਕਿਉਂਕਿ ਅਸੀਂ ਆਪਦੀ ਮੱਤ ਵਰਤਦੇ। ਜਦੋਂ ਅਸੀਂ ਆਪਦੀ ਮੱਤ ਛੱਡ ਦਿੱਤੀ ਤੇ ਸਾਡਾ ਇਹ ਸਾਰਾ ਕੁਛ ਹੀ ਖਤਮ ਹੋ ਜਾਣਾ। ਨਾ ਸਾਨੂੰ ਕੋਈ ਚਿੰਤਾ, ਨਾ ਸਾਨੂੰ ਕੋਈ ਫਿਕਰ, ਨਾ ਸਾਨੂੰ ਕੋਈ ਆਸ਼ਾ, ਨਾ ਕੋਈ ਅਭਿਲਾਸ਼ਾ, ਨਾ ਤ੍ਰਿਸ਼ਨਾ, ਨਾ ਕੋਈ ਸਹਿੰਸਾ, ਨਾ ਕੋਈ ਫਿਕਰ। ਕਿਹਨੂੰ ਫਿਕਰ? ਸਤਿਗੁਰੂ ਨੂੰ, ਪਰਮਾਤਮਾ ਨੂੰ। ਕਿਉਂਕਿ ਇਹੀਓ ਤਾਂ ਸਾਨੂੰ ਸਤਿਗੁਰੂ ਸਮਝਾਉਂਦੇ ਨੇ, ਸੋ ਕਰਤਾ ਚਿੰਤਾ ਕਰੇ ਜਿਨ੍ਹਾਂ ਪਾਇਆ ਜੱਗ। ਬਈ ਜਿਹਨੇ ਸਾਨੂੰ ਪੈਦਾ ਕੀਤਾ ਉਹਨੂੰ ਸਾਡੀ ਚਿੰਤਾ ਵੀ, ਉਹਨੂੰ ਸਾਡਾ ਫਿਕਰ ਵੀ ਹੈ। ਪਰ ਜਦੋਂ ਅਸੀਂ ਆਪਦੀ ਮੱਤ ਵਰਤਦੇ ਹਾਂ ਸਾਨੂੰ ਪਰਮਾਤਮਾ 'ਤੇ ਭਰੋਸਾ ਨਹੀਂ ਹੈ। ਅਸੀਂ ਆਪਦੀ ਮੱਤ ਦੁਆਰਾ ਕਹਿੰਦੇ ਹਾਂ ਵੀ ਜੇ ਅਸੀਂ ਕਰਾਂਗੇ ਨਹੀਂ ਤਾਂ ਅਸੀਂ ਚੱਲਾਂਗੇ ਕਿਵੇਂ। ਅਤੇ ਆਪਾਂ ਨੂੰ ਸਮਝਾਉਂਦੇ ਵੀ ਸਾਡਾ ਕੀਤਾ ਹੋਇਆ ਚੱਲਦਾ ਨਹੀਂ ਹੈ। ਜਦੋਂ ਆਪਾਂ ਨਹੀਂ ਸੀ ਉਦੋਂ ਵੀ ਚੱਲ ਰਹੇ ਸੀ, ਜਦੋਂ ਆਪਾਂ ਨਹੀਂ ਰਹਾਂਗੇ ਫਿਰ ਵੀ ਚੱਲੀ ਜਾਣਾ ਸੰਸਾਰ ਦਾ। ਇਹ ਆਪਣੇ ਨਾਲ ਨਹੀਂ ਚੱਲਦਾ, ਜਾਂ ਅਸੀਂ ਆਖੀਏ ਵੀ ਸਾਡੀ ਸੋਚ ਨਾਲ ਚੱਲਦਾ, ਸਾਡੀ ਸਿਆਣਪ ਨਾਲ ਚੱਲਦਾ। ਇਹ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਚੱਲਦਾ ਹੈ। ਸਾਡਾ ਮਨ ਜੇ ਹੁਕਮ ਦੇ ਵਿੱਚ ਆ ਜਾਵੇ ਤੇ ਫਿਰ ਇਹਨੂੰ ਕਹਿੰਦੇ ਵੀ ਇਹ ਰਜਾ ਦੇ ਵਿੱਚ ਆ ਗਏ, ਹੁਕਮ ਰਜਾਈ ਚੱਲਣਾ। ਜੇ ਅਸੀਂ ਰਜਾ 'ਚ ਆ ਜਾਈਏ ਤਾਂ ਸੁੱਖ ਹੀ ਸੁੱਖ, ਫਿਰ ਆਨੰਦ ਹੀ ਆਨੰਦ। ਜਦੋਂ ਅਸੀਂ ਰਜਾ ਤੋਂ ਆਕੀ ਹਾਂ ਫਿਰ ਦੁੱਖ ਨੇ ਸਾਰੇ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਰਜਾ ਕੀ ਹੈ? ਪਰਮਾਤਮਾ ਦਾ ਹੁਕਮ, ਨਾਮ। ਜੇ ਅਸੀਂ ਨਾਮ ਦੇ ਨਾਲ ਜੁੜ ਗਏ ਤਾਂ ਸਮਝ ਲਓ ਅਸੀਂ ਰਜਾ 'ਚ ਆ ਗਏ, ਹੁਕਮ ਦੇ ਵਿੱਚ ਆ ਗਏ ਅਤੇ ਸਾਡੇ ਅੰਦਰ ਹਉਮੈ ਖਤਮ ਹੋ ਗਈ। ਸਾਡੇ ਅੰਦਰ ਜਿਹੜਾ ਕਰਤੇ ਦਾ ਭਾਵ ਆ ਵੀ ਅਸੀਂ ਕਹਿੰਦੇ ਵੀ ਅਸੀਂ ਕਰਦੇ, ਅਤੇ ਜਦੋਂ ਅਸੀਂ ਨਾਮ ਦੇ ਨਾਲ ਜੁੜ ਜਾਵਾਂਗੇ ਤਾਂ ਸਾਡੇ ਅੰਦਰੋਂ ਇਹ ਹਉਮੈ ਦਾ ਨਾਸ਼ ਹੋ ਜਾਏਗਾ। ਮਹਾਰਾਜ ਸਾਨੂੰ ਸਮਝਾਉਂਦੇ ਰੋਜ਼, ਨਾਨਕ ਹੁਕਮੇ ਜੇ ਬੂਝੇ ਤਾਂ ਹਉਮੈ ਕਹੇ ਨਾ ਕੋਈ। ਜੇ ਅਸੀਂ ਹੁਕਮ ਨੂੰ ਬੁੱਝ ਲਾਂਗੇ ਤੇ ਫਿਰ ਸਾਡੇ ਅੰਦਰੋਂ ਹਉਮੈ ਖਤਮ ਹੋਣੀ, ਨਹੀਂ ਤਾਂ ਇਹ ਹਉਮੈ ਖਤਮ ਹੁੰਦੀ ਨਹੀਂ ਹੈ। ਅਤੇ ਹਉਮੈ ਕਰਕੇ ਹੀ ਵਾਰ-ਵਾਰ ਅਸੀਂ ਜੂਨਾਂ ਦੇ ਵਿੱਚ ਆਉਂਦੇ ਹਾਂ। ਸਾਨੂੰ ਰੋਗ ਲੱਗੇ ਆ ਹਉਮੈ ਦਾ। ਸਤਿਗੁਰੂ ਕਹਿੰਦੇ ਹਉਮੈ ਹੀ ਬੰਧਨਾ ਫਿਰ ਜੂਨੀ ਪਾਏ। ਵੀ ਇਹ ਜਿਹੜੇ ਰੋਗ ਸਾਡੇ ਮਨ ਨੂੰ ਲੱਗੇ ਬੜੇ ਬੁਰੇ ਨੇ। ਹਉਮੈ ਦਾ, ਜਨਮ ਮਰਨ ਦਾ, ਜਿਹੜਾ ਅਸੀਂ ਵਾਰ-ਵਾਰ ਆ ਜਾ ਰਹੇ ਹਾਂ ਆਕਾਰਾਂ ਦੇ ਵਿੱਚ। ਮਹਾਰਾਜ ਕਹਿੰਦੇ ਨਾਨਕ ਹਉਮੈ ਰੋਗ ਬੁਰੇ, ਬੜਾ ਬੁਰਾ ਰੋਗ, ਬੜਾ ਦੁੱਖਦਾਈ। ਅਤੇ ਹੁਣ ਇਹ ਰੋਗ ਖਤਮ ਕਿਵੇਂ ਹੋਵੇ? ਅਤੇ ਉਹਦੇ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਨਾਮ ਹੀ ਸਾਰੇ ਦੁੱਖਾਂ ਦਾ ਦਾਰੂ ਹੈ। ਜੇ ਤਾਂ ਅਸੀਂ ਨਾਮ ਦੇ ਨਾਲ ਜੁੜ ਜਾਵਾਂਗੇ ਤਾਂ ਸਾਡੇ ਸਾਰੇ ਦੁੱਖ ਖਤਮ। ਜੇ ਨਾਮ ਦੇ ਨਾਲ ਨਹੀਂ ਜੁੜਦੇ ਤਾਂ ਫਿਰ ਦੁੱਖ ਹੋਰ ਵੱਧਦੇ ਜਾਂਦੇ ਨੇ। ਜਿਉਂ-ਜਿਉਂ ਜੀਵ ਦੀ ਉਮਰ ਵੱਧਦੀ ਅਤੇ ਉਹਦੇ ਦੁੱਖ ਵੀ ਵੱਧਦੇ ਜਾਂਦੇ ਹੋਰ। ਜਿਵੇਂ ਆਪਾਂ ਸਰੀਰ ਕਰਕੇ ਕਹਿੰਦੇ ਹਾਂ ਵੀ ਜਿਉਂ-ਜਿਉਂ ਸਰੀਰ ਸਾਡਾ ਪੁਰਾਣਾ ਹੁੰਦਾ ਅਤੇ ਉਹਦੇ ਸਰੀਰ ਦੇ ਰੋਗ ਵੱਧਦੇ ਨੇ, ਇਸੇ ਤਰ੍ਹਾਂ ਹੀ ਜਿਉਂ-ਜਿਉਂ ਅਸੀਂ ਇੱਧਰ ਸੰਸਾਰ ਦੇ ਵਿੱਚ ਜ਼ਿਆਦਾ ਵਿਚਰਦੇ ਹਾਂ ਤਿਉਂ ਸਾਡੇ ਮਨ ਜਿਹੜਾ ਉਹ ਹੋਰ ਰੋਗੀ ਹੋਈ ਜਾਂਦਾ, ਹੋਰ ਅਸ਼ਾਂਤ, ਹੋਰ ਦੁਖੀ ਹੋਈ ਜਾਂਦਾ। ਇਹ ਹੁਣ ਆਉਣ ਵਾਲੇ ਸਮੇਂ ਨੂੰ ਦੇਖਦੇ ਹੋਏ ਸਤਿਗੁਰਾਂ ਨੇ ਜੋ ਸਾਨੂੰ ਭਵਿੱਖਬਾਣੀ ਵਿੱਚ ਦੱਸਿਆ ਗੁਰੂ ਨਾਨਕ ਪਾਤਸ਼ਾਹ ਨੇ, ਜੇ ਹੁਣ ਅਸੀਂ ਗੁਰੂ ਦੀ ਮੱਤ ਨਾ ਲਈ, ਜੇ ਅਸੀਂ ਗੁਰੂ ਦੀ ਸ਼ਰਨ ਦੇ ਵਿੱਚ ਨਾ ਆਏ ਤਾਂ ਆਉਣ ਵਾਲਾ ਜਿਹੜਾ ਸਮਾਂ ਉਹ ਬੜਾ ਖਤਰਨਾਕ ਹੋਏਗਾ। ਜੀਵਾਂ ਦੇ ਅੰਦਰ ਇੰਨੀਆਂ ਤ੍ਰਿਸ਼ਨਾਵਾਂ ਵੱਧ ਜਾਣਗੀਆਂ, ਇੰਨੇ ਸਹਿੰਸੇ ਫਿਕਰ, ਇੰਨੀਆਂ ਚਿੰਤਾਵਾਂ ਉਹਨਾਂ ਨੂੰ ਲੱਗ ਜਾਣਗੀਆਂ ਵੀ ਉਹ ਦਿਮਾਗੀ ਤੌਰ 'ਤੇ ਕਮਲੇ ਹੋ ਜਾਣਗੇ, ਉਹਨਾਂ ਨੂੰ ਨੀਂਦ ਹੀ ਨਹੀਂ ਆਉਣੀ। ਅਤੇ ਉਹ ਆਪਾਂ ਦੇਖਦੇ ਹੀ ਹਾਂ ਹੁਣ ਜਿਹੜਾ ਸੰਸਾਰ ਦੇ ਵਿੱਚ ਜਿਉਂ-ਜਿਉਂ ਹੋ ਰਿਹਾ ਆਪਾਂ ਦੇਖੀ ਜਾਂਦੇ ਹਾਂ ਵੀ ਜੀਵ ਕਿੱਧਰ ਨੂੰ ਚੱਲ ਰਹੇ ਨੇ, ਕਿਵੇਂ ਵਿਨਾਸ਼ ਵਾਲੇ ਪਾਸੇ ਨੂੰ ਹੋ ਰਿਹਾ, ਕਿਵੇਂ ਜੀਵਾਂ ਦੀਆਂ ਚਿੰਤਾਵਾਂ ਵੱਧ ਰਹੀਆਂ, ਕਿਵੇਂ ਫਿਕਰ ਵੱਧ ਰਹੇ ਨੇ। ਅਤੇ ਤਾਂਹੀਓ ਅਸੀਂ ਇਹਨਾਂ ਫਿਕਰਾਂ ਤੋਂ, ਚਿੰਤਾਵਾਂ ਤੋਂ ਬਚ ਸਕਾਂਗੇ ਜੇ ਅਸੀਂ ਗੁਰੂ ਦੀ ਮੱਤ ਲਵਾਂਗੇ। ਜਿਵੇਂ ਹੁਣ ਆਪਾਂ ਕਹਿੰਦੇ ਹਾਂ ਵੀ ਸਾਡੇ ਬੱਚੇ ਨੇ ਵੀ
ਆਉਣ ਵਾਲੇ ਸਮੇਂ ਨੂੰ ਦੇਖਦੇ ਹੋਏ ਵੀ ਬੱਚਿਆਂ ਵਾਸਤੇ ਪੜ੍ਹਾਈ ਬਹੁਤ ਜ਼ਰੂਰੀ ਹੈ ਅਤੇ ਮਾਂ ਪਿਓ ਦਿਨ ਰਾਤ ਜ਼ੋਰ ਲਾ ਦਿੰਦੇ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਵੀ ਤਾਂ ਕਿ ਇਹ ਸੰਸਾਰ ਦੀ ਪੜ੍ਹਾਈ ਕਰ ਲੈਣ, ਇਹ ਕੁਛ ਬਣ ਜਾਣ। ਹੁਣ ਇਸੇ ਤਰ੍ਹਾਂ ਹੀ ਸਤਿਗੁਰੂ ਕਹਿੰਦੇ ਵੀ ਇਹ ਗੁਰਬਾਣੀ ਗੁਰੂ ਇਹ ਬ੍ਰਹਮ ਦੀ ਪੜ੍ਹਾਈ ਹੈ, ਬ੍ਰਹਮ ਦਾ ਗਿਆਨ ਹੈ। ਜੇ ਅਸੀਂ ਨਾਲ ਨਾਲ ਆਪਣੇ ਬੱਚਿਆਂ ਨੂੰ ਇਹ ਬ੍ਰਹਮ ਦਾ ਗਿਆਨ ਦੇਵਾਂਗੇ ਤਾਂ ਉਹ ਜੀਵਨ ਦੇ ਵਿੱਚ ਸਫਲ ਹੋ ਸਕਣਗੇ, ਨਹੀਂ ਤਾਂ ਉਹ ਸੰਸਾਰ ਦੀ ਕਿੰਨੀ ਵੀ ਪੜ੍ਹਾਈ ਕਰ ਲੈਣ ਪਰ ਫਿਰ ਵੀ ਉਹਨਾਂ ਦੇ ਮਨ ਨੇ ਜਿਹੜੇ ਉਹ ਮਨਾਂ ਨੂੰ ਸ਼ਾਂਤੀ ਨਹੀਂ ਆਉਣ ਲੱਗੀ, ਉਹਨਾਂ ਦੇ ਮਨ ਹੋਰ ਅਸ਼ਾਂਤ ਹੋਰ ਦੁਖੀ ਹੋ ਜਾਣਗੇ। ਇਸ ਵਾਸਤੇ ਫਿਰ ਸਤਿਗੁਰੂ ਸਾਨੂੰ ਸਮਝਾਉਂਦੇ ਵੀ ਨਾਲ ਨਾਲ ਸਾਨੂੰ ਇਹ ਬ੍ਰਹਮ ਦਾ ਗਿਆਨ ਹੋਣਾ ਵੀ ਜ਼ਰੂਰੀ ਹੈ ਅਤੇ ਉਹਦੇ ਵਾਸਤੇ ਫਿਰ ਇਹ ਸਤਿਗੁਰਾਂ ਦਾ ਸਕੂਲ ਹੈ ਸਤ ਸੰਗਤ, ਜਿੱਥੇ ਆ ਕੇ ਅਸੀਂ ਇਹ ਪਰਮਾਤਮਾ ਦੇ ਗੁਣ ਸਿੱਖਣੇ, ਜਿੱਥੇ ਆ ਕੇ ਅਸੀਂ ਇਹ ਸਾਰੀ ਸੋਝੀ ਲੈਣੀ ਵੀ ਸਾਨੂੰ ਚਿੰਤਾਵਾਂ ਕਾਹਤੋਂ ਲੱਗੀਆਂ ਨੇ, ਕਿਉਂ ਅਸੀਂ ਫਿਕਰ ਕਰਦੇ ਹਾਂ ਦਿਨ ਰਾਤ, ਕਿਉਂ ਸਾਡੇ ਅੰਦਰ ਇਹ ਵਿਚਾਰ ਤ੍ਰਿਸ਼ਨਾਵਾਂ ਆਸ਼ਾ ਅਭਿਲਾਸ਼ਾ ਕਾਹਤੋਂ ਚੱਲਦੀਆਂ ਨੇ। ਇਹਦਾ ਗਿਆਨ ਸਾਨੂੰ ਸਤਿਗੁਰਾਂ ਨੇ ਦੇਣਾ। ਇਹ ਗਿਆਨ ਸਾਨੂੰ ਸੰਸਾਰ 'ਚੋਂ ਨਹੀਂ ਮਿਲਣ ਲੱਗਿਆ ਕਿਤੋਂ ਵੀ ਸਾਡੇ ਅੰਦਰ ਕਾਹਤੋਂ ਇਹ ਸਾਰਾ ਕੁਛ ਚੱਲ ਰਿਹਾ। ਤਾਂ ਫਿਰ ਸਾਨੂੰ ਸੱਚੇ ਪਾਤਸ਼ਾਹ ਕਹਿੰਦੇ ਵੀ ਇਹ ਬ੍ਰਹਮ ਦਾ ਗਿਆਨ, ਇਹ ਬ੍ਰਹਮ ਦੀ ਵਿੱਦਿਆ ਹੈ। ਅਤੇ ਜਿਵੇਂ ਆਪਾਂ ਸੰਸਾਰ ਦੀ ਪੜ੍ਹਾਈ ਕਰਨ ਵਾਸਤੇ ਬੱਚਿਆਂ ਨੂੰ ਸਕੂਲਾਂ 'ਚ ਭੇਜਦੇ ਹਾਂ, ਸਤਿਗੁਰਾਂ ਦਾ ਸਕੂਲ ਹੈ ਸਤ ਸੰਗਤ। ਮਹਾਰਾਜ ਫਰਮਾਉਂਦੇ ਸਤ ਸੰਗਤ ਸਤਿਗੁਰ ਚਟਸਾਲ ਹੈ ਜਿਤ ਹਰ ਗੁਣ ਸਿੱਖਾਂ, ਵੀ ਜਿੱਥੋਂ ਅਸੀਂ ਇਹ ਹਰੀ ਦੇ ਪਰਮਾਤਮਾ ਦੇ ਗੁਣ ਸਿੱਖਣੇ, ਆਪਣੇ ਮਾਤਾ ਪਿਤਾ ਦਾ ਭੇਤ ਲੈਣਾ, ਬਈ ਇਹ ਸੰਸਾਰ ਦੀ ਰਚਨਾ ਕਿਵੇਂ ਹੋਈ। ਬ੍ਰਹਮ ਕਹਿੰਦੇ ਪਰਮਾਤਮਾ ਨੂੰ, ਵਾਹਿਗੁਰੂ ਨੂੰ। ਸਾਰੀ ਗੁਰਬਾਣੀ ਇਹ ਬ੍ਰਹਮ ਦਾ ਗਿਆਨ ਹੈ। ਲੋਕ ਜਾਣੇ ਇਹ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ, ਬ੍ਰਹਮ ਦਾ ਗਿਆਨ ਵੀ ਬ੍ਰਹਮ ਤੋਂ ਕਿਵੇਂ ਇਹ ਸਾਰਾ ਪਸਾਰਾ ਹੋਏ। ਪਹਿਲਾਂ ਸਾਰੇ ਇੱਥੇ ਬ੍ਰਹਮ ਹੀ ਬ੍ਰਹਮ ਸੀ, ਵਾਹਿਗੁਰੂ ਹੀ ਵਾਹਿਗੁਰੂ, ਮਾਲਕ ਹੀ ਮਾਲਕ, ਪ੍ਰਕਾਸ਼ ਹੀ ਪ੍ਰਕਾਸ਼ ਸੀ। ਕਿਵੇਂ ਇੱਕ ਤੋਂ ਅਨੇਕ ਰੂਪ ਵਿੱਚ ਪ੍ਰਗਟ ਹੋਏ, ਕਿਵੇਂ ਨਿਰੰਕਾਰ ਤੋਂ ਆਕਾਰ ਵਿੱਚ ਆਏ ਨੇ। ਜੋ ਆਪਾਂ ਸ਼ੁਰੂਆਤ ਦੇ ਵਿੱਚ ਹੀ ਮਹਾਰਾਜ ਕਹਿੰਦੇ ਇੱਕ ਓਅੰਕਾਰ, ਵੀ ਇੱਕ ਪਰਮਾਤਮਾ ਹੈ ਅਤੇ ਆਕਾਰ ਦੇ ਵਿੱਚ ਅੱਗੇ ਪ੍ਰਗਟ ਹੋ ਗਏ ਨੇ। ਹੁਣ ਕਿਵੇਂ ਇਹ ਇੱਕ ਤੋਂ ਆਕਾਰ ਦੇ ਵਿੱਚ ਪ੍ਰਗਟ ਹੁੰਦੇ, ਕਿਵੇਂ ਇਹ ਸਾਰਾ ਬ੍ਰਹਮ ਤੋਂ ਪਸਾਰਾ ਹੁੰਦਾ ਅਤੇ ਕਿਵੇਂ ਫਿਰ ਅਸੀਂ ਬ੍ਰਹਮ ਦੇ ਵਿੱਚ ਫਿਰ ਲੀਨ ਹੋਣਾ। ਇਹ ਸਾਰਾ ਇਹਨੂੰ ਬ੍ਰਹਮ ਦਾ ਗਿਆਨ ਕਹਿੰਦੇ। ਸਤਿਗੁਰੂ ਕਹਿੰਦੇ ਬ੍ਰਹਮੋਂ ਪਸਾਰਾ, ਬ੍ਰਹਮ ਪਸਰਿਆ, ਸਭ ਬ੍ਰਹਮ ਦ੍ਰਿਸ਼ਟੀ ਆਇਆ। ਜੇ ਸਾਨੂੰ ਬ੍ਰਹਮ ਦਾ ਗਿਆਨ ਹੋ ਜਾਏਗਾ, ਇਹ ਗਿਆਨ ਹੋਣ ਦੇ ਨਾਲ ਸਾਡੇ ਮਨ ਸ਼ੀਤਲ ਹੋਣਗੇ, ਸਾਡੇ ਮਨ ਠੰਡੇ ਹੋ ਜਾਣਗੇ। ਜਿਨ੍ਹਾਂ ਨੂੰ ਇਹ ਗਿਆਨ ਹੋ ਗਿਆ ਉਹਨਾਂ ਦਾ ਮਨ ਤਪਦਾ ਨਹੀਂ ਹੈ, ਉਹਨਾਂ ਦਾ ਮਨ ਕੜੇਗਾ ਨਹੀਂ ਕਦੇ ਵੀ, ਉਹ ਦੁਖੀ ਨਹੀਂ ਹੋਏਗਾ। ਮਹਾਰਾਜ ਇਹ ਨਿਸ਼ਾਨੀ ਦੱਸਦੇ, ਕਹਿੰਦੇ ਕਬੀਰ ਮਨ ਸ਼ੀਤਲ ਭਇਆ ਪਾਇਆ ਬ੍ਰਹਮ ਗਿਆਨ, ਜਨ ਜਵਾਲਾ ਜਗ ਜਾਰਿਆ ਸੋ ਜਨ ਕੇ ਉਦਕ ਸਮਾਨ। ਵੀ ਜਿਨ੍ਹਾਂ ਨੂੰ ਇਹ ਗਿਆਨ ਹੋ ਗਿਆ ਉਹਨਾਂ ਦਾ ਮਨ ਸ਼ੀਤਲ ਹੋ ਗਿਆ, ਉਹਨਾਂ ਦਾ ਮਨ ਠੰਡਾ ਹੋ ਗਿਆ। ਨਹੀਂ ਤਾਂ ਆਪਾਂ ਸੰਸਾਰ 'ਚ ਦੇਖਦੇ ਵੀ ਕਿਵੇਂ ਦੁਰਮਤ ਦੀ ਅਗਨ ਜਿਹੜੀ ਇਹ ਮਨਾਂ ਨੂੰ ਸਾੜਦੀ ਹੈ। ਘਰ ਘਰ ਦੇ ਵਿੱਚ ਇਹ ਵੈਰ ਵਿਰੋਧ, ਲੜਾਈਆਂ ਝਗੜੇ, ਕਲਾ ਕਲੇਸ਼, ਜਿਉਂ ਸਵੇਰ ਤੋਂ ਜੀਵ ਉੱਠਦਾ ਸਾਰਾ ਦਿਨ ਇਹ ਦੁਰਮਤ ਦੀ ਅਗਨ ਦੇ ਵਿੱਚ ਜਲਦਾ ਹੀ ਰਹਿੰਦਾ। ਮਹਾਰਾਜ ਕਹਿੰਦੇ ਅਗਨ ਸਾਰੇ ਜਗਤ ਨੂੰ ਸਾੜਦੀ ਹੈ। ਦੁਰਮਤ ਅਗਨ ਜਗਤ ਪਰ ਜਾ ਰਹੀ, ਵੀ ਸਾਰਾ ਜਗਤ ਇਹਦੇ ਵਿੱਚ ਸੜ ਰਹੀ ਹੈ। ਹੁਣ ਆਪਾਂ ਵੀ ਦੇਖਣਾ ਵੀ ਅਸੀਂ ਵੀ ਉਹਨਾਂ 'ਚ ਸ਼ਾਮਲ ਤਾਂ ਨਹੀਂ, ਵੀ ਸਾਡਾ ਵੀ ਮਨ ਕਿਤੇ ਸੜਦਾ ਤਾਂ ਨਹੀਂ ਹੈ, ਸਾਡਾ ਵੀ ਮਨ ਕਿਤੇ ਕੱਢਦਾ ਤਾਂ ਨਹੀਂ ਹੈ। ਜੇ ਸਾਡਾ ਮਨ ਅਸ਼ਾਂਤ ਹੈ, ਜੇ ਸਾਡਾ ਮਨ ਦੁਖੀ ਹੈ, ਅਤੇ ਫਿਰ ਸਾਨੂੰ ਜ਼ਰੂਰਤ ਹੈ ਸਤਿਗੁਰਾਂ ਦੀ ਮੱਤ ਦੀ, ਸਾਨੂੰ ਬ੍ਰਹਮ ਦੇ ਗਿਆਨ ਦੀ, ਤਾਂ ਕਿ ਸਾਨੂੰ ਇਹ ਬ੍ਰਹਮ ਦਾ ਗਿਆਨ ਹੋਵੇ ਅਤੇ ਸਾਡਾ ਮਨ ਠੰਡਾ ਹੋ ਜਾਏ, ਸਾਡਾ ਮਨ ਸ਼ੀਤਲ ਹੋ ਜਾਏ। ਇਸ ਵਾਸਤੇ ਫਿਰ ਮਹਾਰਾਜ ਸਾਨੂੰ ਸਮਝਾਉਂਦੇ ਵੀ ਜਿਨ੍ਹਾਂ ਨੂੰ ਇਹ ਬ੍ਰਹਮ ਦਾ ਗਿਆਨ ਹੋ ਗਿਆ ਉਹਨਾਂ ਦੇ ਮਨ ਠੰਡੇ ਹੁੰਦੇ। ਨਹੀਂ ਤਾਂ ਇਹ ਸੰਸਾਰ ਦੇ ਵਿੱਚ ਕਿੰਨੀਆਂ ਵੀ ਅਸੀਂ ਸੁੱਖ ਸਹੂਲਤਾਂ ਇਕੱਠੀਆਂ ਕਰ ਲਈਏ, ਇਹ ਤਨ ਵਾਸਤੇ, ਇਹ ਤਨ ਨੂੰ ਤਾਂ ਅਸੀਂ ਠੰਡਾ ਕਰ ਲਾਂਗੇ, ਪਰ ਜਿਹੜਾ ਮਨ ਹੈ ਉਹ ਮਨ ਨਹੀਂ ਠੰਡਾ ਹੁੰਦਾ ਹੈ। ਮਨ ਉਵੇਂ ਤਪਦਾ ਰਹਿੰਦਾ ਅੰਦਰੋਂ, ਮਨ ਦੀ ਤਪਸ਼ ਹੋਰ ਵੱਧਦੀ ਜਾਂਦੀ ਹੈ। ਮਹਾਰਾਜ ਕਹਿੰਦੇ ਮਨ ਕਿਵੇਂ ਠੰਡਾ ਹੋਣਾ,
ਬਈ ਜਿਹੜੇ ਸਿਮਰਨ ਕਰਦੇ ਜਿਨ੍ਹਾਂ ਨੇ ਬ੍ਰਹਮ ਦਾ ਗਿਆਨ ਲੈ ਲਿਆ ਉਹਨਾਂ ਦਾ ਮਨ ਸੀਤਲ ਹੈ, ਠੰਡਾ ਹੈ। ਮਾਰੇ ਫਰਮਾਉਂਦੇ ਚੰਦਨ ਚਾਂਦਨ ਸਰਦ ਰੁੱਤ ਮੂਲ ਨਾ ਮਿਟਈ ਘਾਮ, ਸੀਤਲ ਥੀਵੇ ਨਾਨਕਾ ਜਪੰਦੜੋ ਹਰ ਨਾਮ। ਬਈ ਉੱਦਾਂ ਤਾਂ ਇਹ ਮਨ ਦੀ ਤਵਸ਼ ਨਹੀਂ ਬੁਝਦੀ, ਚਾਹੇ ਕਿੰਨੀ ਸਰਦ ਰੁੱਤ ਹੋ ਜੇ, ਕਿੰਨਾ ਠੰਡ ਹੋ ਜੇ, ਕਿੰਨਾ ਅਸੀਂ ਇਹ ਤਨ ਦੇ ਉੱਤੇ ਚੰਦਨ ਦਾ ਲੇਪ ਕਰ ਲਈਏ, ਪਰ ਮਨ ਨਹੀਂ ਠੰਡਾ ਹੁੰਦਾ, ਮਨ ਉਵੇਂ ਤਪਦਾ ਰਹਿੰਦਾ ਹੈ ਵੈਰ ਵਿਰੋਧ ਦੇ ਵਿੱਚ। ਇਸ ਵਾਸਤੇ ਫਿਰ ਮਨ ਨੂੰ ਸੀਤਲ ਕਰਨ ਵਾਸਤੇ ਇਹ ਗੁਰੂ ਦੀ ਮੱਤ ਹੈ, ਸਤਿਗੁਰਾਂ ਦੀ ਮੱਤ ਹੈ, ਜੋ ਆਪਾਂ ਫਿਰ ਇੱਥੇ ਆ ਕੇ ਸਤ ਸੰਗਤ ਦੇ ਵਿੱਚ ਲੈਣੀ ਹੁੰਦੀ ਹੈ। ਇਹ ਜੋ ਬ੍ਰਹਮ ਵਿਦਿਆ ਸਤਿਗੁਰੂ ਸਾਨੂੰ ਦੇ ਰਹੇ, ਇਹ ਅਸੀਂ ਬ੍ਰਹਮ ਦਾ ਗਿਆਨ ਲੈਣਾ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਸਾਨੂੰ ਗਿਆਨ ਹੋ ਜਾਏਗਾ ਤੇ ਸਾਡੇ ਅੰਦਰੋਂ ਇਹ ਦੁਬਿਧਾ ਖਤਮ ਹੋ ਜਾਏਗੀ, ਕਿਉਂਕਿ ਸਾਨੂੰ ਪਤਾ ਲੱਗ ਜਾਂਦਾ ਵੀ ਸਾਰਾ ਬ੍ਰਹਮ ਹੀ ਬ੍ਰਹਮ ਹੈ। ਬ੍ਰਹਮ ਨੂੰ ਜਦੋਂ ਅਸੀਂ ਆਪਦੇ ਅੰਦਰੋਂ ਪਹਿਚਾਣ ਲਾਂਗੇ, ਅਸੀਂ ਆਪਣੇ ਆਪੇ ਦੀ ਪਹਿਚਾਣ ਕਰ ਲਾਂਗੇ, ਤੇ ਸਾਨੂੰ ਭੇਤ ਆ ਜਾਂਦਾ ਹੈ ਵੀ ਸਾਡੇ ਵਿੱਚ ਸਾਡਾ ਆਪਣਾ ਕੁਝ ਹੈ ਨਹੀਂ ਹੈ। ਵੀ ਕਿਹਦਾ ਹੈ? ਬ੍ਰਹਮ ਦਾ। ਵੀ ਜਿਹਤੋਂ ਇਹ ਸਾਰਾ ਪਸਾਰਾ ਹੋਇਆ, ਉਹ ਤੋਂ ਹੀ ਸਾਰਾ ਕੁਝ ਇਹ ਪ੍ਰਗਟ ਹੋਇਆ, ਉਹਨੇ ਹੀ ਸਾਰਾ ਕੁਝ ਪੈਦਾ ਕੀਤਾ। ਜਿਵੇਂ ਹੁਣ ਇਹ ਸਰੀਰ ਹੈ 5 ਤੱਤਾਂ ਦਾ ਬਣਿਆ, ਆਪਾਂ ਇਹਦੇ ਵਿੱਚੋਂ ਕੋਈ ਤੱਤ ਨਹੀਂ ਪ੍ਰਗਟ ਕੀਤਾ, ਨਾ ਆਪਾਂ ਪੌਣ ਪੈਦਾ ਕੀਤੀ ਹੈ, ਨਾ ਆਪਾਂ ਪਾਣੀ ਪੈਦਾ ਕੀਤਾ ਹੈ, ਨਾ ਆਪਾਂ ਅਗਨ ਪੈਦਾ ਕੀਤੀ ਹੈ, ਨਾ ਆਪਾਂ ਮਿੱਟੀ ਬਣਾਈ, ਨਾ ਆਕਾਸ਼ ਬਣਾਇਆ। ਤੇ ਕਿਹਨੇ ਬਣਾਇਆ? ਬ੍ਰਹਮ ਨੇ, ਵਾਹਿਗੁਰੂ ਨੇ। ਤੇ ਜਿਹੜਾ ਇਹਦੇ ਵਿੱਚ ਪਰਿਵਾਰ ਵੱਸਦਾ, ਜਿਹੜਾ ਹੁਣ ਇਹਦੇ ਵਿੱਚ ਬੋਲਦਾ ਸਰੀਰ ਦੇ, ਜਿਹੜਾ ਦੇਖਦਾ, ਜਿਹੜਾ ਸੁਣਦਾ ਹੈ, ਉਹ ਜਿਹੜਾ ਪਰਿਵਾਰ ਹੈ, ਉਹ ਪਰਿਵਾਰ ਦਾ ਮੈਂਬਰ ਵੀ ਆਪਾਂ ਕੋਈ ਨਹੀਂ ਬਣਾਇਆ। ਨਾ ਤਾਂ ਅਸੀਂ ਆਤਮਾ ਨੂੰ ਪੈਦਾ ਕੀਤਾ ਹੈ, ਨਾ ਅਸੀਂ ਮਨ ਨੂੰ ਪੈਦਾ ਕੀਤਾ ਹੈ, ਨਾ ਅਸੀਂ ਧਰਮ ਰਾਏ ਚਿੱਤਰਗੁਪਤ ਨੂੰ ਬਣਾਇਆ ਹੈ, ਨਾ ਅਸੀਂ ਇਹ ਮਾਇਆ ਪ੍ਰਗਟ ਕੀਤੀ ਹੈ, ਨਾ ਅਸੀਂ ਇਹ ਤ੍ਰੈ ਗੁਣ ਬਣਾਏ ਨੇ, ਨਾ ਅਸੀਂ ਕਾਲ ਬਣਾਏ। ਤੇ ਆਪਾਂ ਨੂੰ ਭੇਤ ਆ ਕੇ ਵੀ ਬਣਾਇਆ ਕਿਹਨੇ? ਪਰਮਾਤਮਾ ਨੇ। ਬ੍ਰਹਮ ਤੋਂ ਹੀ ਸਾਰਾ ਪਸਾਰਾ ਹੋਏ, ਵਾਹਿਗੁਰੂ ਤੋਂ। ਤੇ ਫਿਰ ਆਪਾਂ ਨੂੰ ਭੇਤ ਆਉਂਦਾ ਵੀ ਸਾਡੇ ਵਿੱਚ ਸਾਡਾ ਆਪਣਾ ਕੁਝ ਹੈ ਨਹੀਂ ਹੈ। ਤੇ ਕਿਹਦਾ ਹੈ? ਮਾਲਕ ਦਾ। ਇਸ ਅਵਸਥਾ 'ਚ ਜਦੋਂ ਸਾਨੂੰ ਫਿਰ ਇਹ ਬ੍ਰਹਮ ਦਾ ਗਿਆਨ ਹੁੰਦਾ, ਤੇ ਉਦੋਂ ਫਿਰ ਇਹ ਅਵਸਥਾ 'ਚ ਬਾਬਾ ਕਬੀਰ ਜੀ ਕਹਿੰਦੇ, ਕਬੀਰ ਮੇਰਾ ਮੁਝ ਮੇਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ। ਵੀ ਮੇਰਾ ਮੇਰੇ ਵਿੱਚ ਕੁਝ ਹੈ ਹੀ ਨਹੀਂ ਹੈ, ਸਾਰਾ ਕੁਝ ਤਾਂ ਤੇਰਾ ਹੀ ਹੈ, ਬ੍ਰਹਮ ਦਾ। ਤੇ ਜਦੋਂ ਆਪਾਂ ਨੂੰ ਪਤਾ ਲੱਗ ਗਿਆ ਵੀ ਸਾਡੇ ਵਿੱਚ ਸਾਡਾ ਕੁਛ ਨਹੀਂ, ਤੇ ਫਿਰ ਆਪਾਂ ਨੂੰ ਦੂਸਰਿਆਂ ਦਾ ਵੀ ਪਤਾ ਲੱਗ ਜਾਂਦਾ ਵੀ ਜਦੋਂ ਸਾਡੇ 'ਚ ਨਹੀਂ ਸਾਡਾ ਕੁਛ, ਤੇ ਕਿਸੇ ਹੋਰ ਦੇ ਵਿੱਚ ਵੀ ਕਿਸੇ ਦਾ ਆਪਣਾ ਕੁਛ ਨਹੀਂ ਹੈ। ਤੇ ਕਿਹਦਾ ਹੈ? ਮਾਲਕ ਦਾ, ਪਰਮਾਤਮਾ ਦਾ। ਫਿਰ ਇਸ ਅਵਸਥਾ 'ਚ ਆਪਾਂ ਨੂੰ ਕਹਿੰਦੇ ਵੀ ਬ੍ਰਹਮੋ ਪਸਾਰਾ, ਬ੍ਰਹਮ ਪਸਰਿਆ, ਸਭ ਬ੍ਰਹਮ ਦ੍ਰਿਸ਼ਟੀ ਆਇਆ। ਵੀ ਜਦੋਂ ਦ੍ਰਿਸ਼ਟੀ ਵਾਰ ਦੇਖਿਆ ਵੀ ਇਹ ਤਾਂ ਸਾਰਾ ਬ੍ਰਹਮ ਹੀ ਬ੍ਰਹਮ ਹੈ, ਮਾਲਕ ਹੀ ਮਾਲਕ ਹੈ। ਇਸ ਅਵਸਥਾ ਦੇ ਵਿੱਚ ਫਿਰ ਸਾਨੂੰ ਲਿਜਾ ਕੇ ਕਹਿੰਦੇ ਵੀ ਹੁਣ ਦੱਸੋ, ਹੁਣ ਤੁਸੀਂ ਕਿਹਦੇ ਨਾਲ ਵੈਰ ਵਿਰੋਧ ਕਰੋਗੇ? ਤੇ ਉਦੋਂ ਪਤਾ ਲੱਗਦਾ ਵੀ ਵੈਰ ਵਿਰੋਧ ਕਿਹਦੇ ਨਾਲ ਕਰੀਏ, ਸਾਰਿਆਂ ਦੇ ਅੰਦਰ ਤਾਂ ਉਹੀਓ ਬੈਠਾ ਹੈ ਆਪ ਹੀ। ਮਹਾਰਾਜ ਕਹਿੰਦੇ ਵਾਹ ਵਾਹ ਵੈਰ ਵਿਰੋਧ ਨਾ ਕਰੀਏ ਕਾਹੂ, ਘਟ ਘਟ ਅੰਤਰ ਬ੍ਰਹਮ ਸਮਾਹੂ। ਵੀ ਸਾਰੀਆਂ ਘਟਾਂ ਦੇ ਵਿੱਚ ਤਾਂ ਉਹ ਆਪ ਹੀ ਬੈਠਾ। ਤੇ ਫਿਰ ਉਸ ਅਵਸਥਾ 'ਚ ਸਾਡੇ ਅੰਦਰੋਂ ਇਹ ਵੈਰ ਵਿਰੋਧ ਖਤਮ ਹੁੰਦਾ। ਤਾਂ ਕਹਿੰਦੇ ਵੀ ਇਹ ਜਿਹੜਾ ਬ੍ਰਹਮ ਦਾ ਗਿਆਨ, ਇਹ ਸਾਡੇ ਮਨ ਨੂੰ ਸੀਤਲ ਕਰ ਦਿੰਦਾ। ਸੀਤਲ ਜਦੋਂ ਵੈਰ ਵਿਰੋਧ ਰਿਹਾ ਹੀ ਨਾ, ਤੇ ਆਪੇ ਸੀਤਲ ਹੋ ਗਿਆ, ਠੰਡਾ ਹੋ ਗਿਆ। ਜਦ ਤੱਕ ਸਾਡੇ ਅੰਦਰ ਵੈਰ ਵਿਰੋਧ ਹੈ, ਸਾਡੇ ਅੰਦਰ ਦੂਜਾ ਭਾਵ ਆ, ਉਹਨਾਂ ਸਮਾਂ ਅਸੀਂ ਦੁਖੀ ਹਾਂ। ਅਸੀਂ ਸਮਝਦੇ ਹਾਂ ਵੀ ਅਸੀਂ ਵੱਖਰੇ ਹਾਂ, ਦੂਜਾ ਵੱਖਰਾ, ਤੀਜਾ ਵੱਖਰਾ, ਚੌਥਾ ਵੱਖਰਾ ਹੈ, ਰੱਬ ਕੋਈ ਵੱਖਰਾ ਹੈ। ਤੇ ਮਹਾਰਾਜ ਸਾਨੂੰ ਇਹੋ ਤਾਂ ਚੀਜ਼ ਸਮਝਾ ਰਹੇ ਕਿ ਵੱਖਰਾ ਨਹੀਂ ਹੈ, ਪਰਮਾਤਮਾ ਦੇ ਦੋ ਹੀ ਰੂਪ ਨੇ, ਤੀਜਾ ਤਾਂ ਉਹਦਾ ਕੋਈ ਰੂਪ ਹੈ ਹੀ ਨਹੀਂ ਹੈ, ਉਹਨੇ ਬਣਾਇਆ ਹੀ ਨਹੀਂ। ਦੋ ਹੀ ਰੂਪ ਮਾਲਕ ਦੇ, ਇੱਕ ਨਿਰਗੁਣ ਤੇ ਦੂਸਰਾ ਸਰਗੁਣ। ਨਿਰਗੁਣ ਵੀ ਆਪਣੇ ਸਾਹਮਣੇ ਆਪਾਂ ਨੂੰ ਸਵਾਸ ਦੇ ਰਹੇ, ਤੇ ਸਰਗੁਣ ਵੀ ਸਾਹਮਣੇ ਸਭ ਦੇ ਅੰਦਰ ਬੈਠਾ ਹੈ। ਮਹਾਰਾਜ ਕਹਿੰਦੇ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਨ ਕੀਆ ਨਾਨਕ ਆਪੇ ਹੀ ਫਿਰ ਜਾਪ।
ਵੀ ਇਹ ਤਾਂ ਮਾਲਕ ਦਾ ਆਪਣਾ ਖੇਲ ਹੈ। ਸਤਿਗੁਰੂ ਕਹਿੰਦੇ ਵੀ ਕੋਈ ਹੋਰ ਨਹੀਂ, ਵੀ ਇਹ ਮੈਂ ਆਪਦੇ ਆਪ ਤੋਂ ਹੀ ਖੇਲ ਸਾਰਾ ਪ੍ਰਗਟ ਕੀਤਾ, ਵੀ ਮੈਂ ਹੀ ਉਹ ਖੇਲ ਰਿਹਾ। ਇਸ ਵਾਸਤੇ ਫਿਰ ਜਦੋਂ ਇਹ ਸਾਨੂੰ ਖੇਲ ਦੀ ਸਮਝ ਆ ਜਾਂਦੀ, ਫਿਰ ਸਾਨੂੰ ਭੇਤ ਆਉਂਦਾ ਹੈ ਵੀ ਵੈਰ ਵਿਰੋਧ ਕਰੀਏ ਕਿਹਦੇ ਨਾਲ, ਵੀ ਜਦੋਂ ਹੋਰ ਤਾਂ ਦੂਜਾ ਕੋਈ ਹੈ ਹੀ ਨਹੀਂ ਹੈ। ਤਾਂ ਫਿਰ ਇਸ ਅਵਸਥਾ 'ਚ ਲਿਜਾ ਕੇ ਕਹਿੰਦੇ ਫਰੀਦਾ ਖਾਲਕ ਖਲਕ ਮੈਂ, ਖਲਕ ਵਸੇ ਰੱਬ ਮਾਹੇ, ਮੰਦਾ ਕਿਸ ਨੂੰ ਆਖੀਏ ਜਾਂ ਤੁਝ ਬਿਨ ਕੋਈ ਨਾਹੀਂ। ਬਈ ਮੈਂ ਮੰਨਦਾ ਤਾਂ ਕਿਸੇ ਨੂੰ ਆਖਾਂ ਵੀ ਜੇ ਤੇਰੇ ਤੋਂ ਬਿਨਾਂ ਕੋਈ ਹੋਰ ਹੋਵੇ। ਜਦੋਂ ਤੂੰ ਸਭ ਦੇ ਅੰਦਰ ਬੈਠਾ ਹੈ ਤੇ ਫਿਰ ਮੰਦਾ ਕਿਹਨੂੰ ਕਹਿਣਾ, ਮਾੜਾ ਕਿਹਨੂੰ ਕਹਿਣਾ। ਇਸ ਅਵਸਥਾ ਦੇ ਵਿੱਚ ਲਿਜਾ ਕੇ ਫਿਰ ਉਦੋਂ ਸਾਡੇ ਮਨ ਨੂੰ ਕਹਿੰਦੇ ਨੇ ਵੀ ਇਹਨਾਂ ਦਾ ਮਨ ਸੀਤਲ ਹੋ ਗਿਆ, ਵੀ ਇਹਨਾਂ ਨੂੰ ਹੁਣ ਪਹਿਚਾਣ ਆ ਗਈ ਹੈ ਆਪਣੇ ਆਪੇ ਦੀ, ਮਾਲਕ ਦੀ। ਇਸ ਅਵਸਥਾ ਦੇ ਵਿੱਚ ਲਿਜਾ ਕੇ ਫਿਰ ਸਾਡੇ ਤੇ ਮਾਲਕ ਦੇ ਵਿੱਚ ਕੋਈ ਫਰਕ ਨਹੀਂ ਰਹਿੰਦਾ, ਕੋਈ ਅੰਤਰ ਨਹੀਂ ਰਹਿੰਦਾ। ਤਾਂਹੀਓ ਮਹਾਰਾਜ ਕਹਿੰਦੇ ਨਾਨਕ ਗੁਰਮੁਖ ਆਪ ਪਛਾਣੇ ਪ੍ਰਭ ਜੈਸੇ ਅਵਿਨਾਸੀ, ਵੀ ਜਿੱਦਾਂ ਸਾਨੂੰ ਆਪਣੇ ਆਪੇ ਦੀ ਪਹਿਚਾਣ ਆ ਗਈ ਵੀ ਸਾਡੇ ਵਿੱਚ ਸਾਡਾ ਕੁਛ ਨਹੀਂ, ਸਾਡਾ ਜਿਹੜਾ ਮਨ ਉਹ ਵੀ ਪ੍ਰਕਾਸ਼ ਰੂਪ ਹੈ ਤੇ ਪਰਮਾਤਮਾ ਵੀ ਪ੍ਰਕਾਸ਼, ਤੇ ਆਪਾਂ ਨੂੰ ਭੇਦ ਆ ਗਿਆ ਵੀ ਅਸੀਂ ਵੀ ਪ੍ਰਕਾਸ਼ ਹਾਂ ਤੇ ਮਾਲਕ ਵੀ ਪ੍ਰਕਾਸ਼ ਹੈ, ਉਹ ਵੀ ਅਵਿਨਾਸੀ ਹੈ ਤੇ ਆਪਾਂ ਵੀ ਅਵਿਨਾਸੀ ਹਾਂ। ਮਨ ਹੈ ਜਿਹੜਾ ਇਹ ਕੋਈ ਮਰਨ ਵਾਲੀ ਚੀਜ਼ ਨਹੀਂ, ਇਹ ਕੋਈ ਨਾਸ ਹੋਣ ਵਾਲੀ ਨਹੀਂ ਹੈ। ਇਸ ਅਵਸਥਾ 'ਚ ਫਿਰ ਕਹਿੰਦੇ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਵੀ ਮਨ ਨੂੰ ਕਹਿ ਰਹੇ ਤੂੰ ਜੋਤ ਸਰੂਪ ਪ੍ਰਕਾਸ਼ ਰੂਪ ਹੈ, ਤੇ ਜਦੋਂ ਆਪਾਂ ਕਹਿੰਦੇ ਹਾਂ ਵੀ ਅਸੀਂ ਪ੍ਰਕਾਸ਼ ਰੂਪ ਆ ਤੇ ਮਾਲਕ ਵੀ ਪ੍ਰਕਾਸ਼। ਜਿਵੇਂ ਮਨ ਨੂੰ ਆਰਸੀ ਆਖੇ, ਆਰਸੀ ਹੁੰਦਾ ਸ਼ੀਸ਼ਾ, ਮਹਾਰਾਜ ਕਹਿੰਦੇ ਇਹ ਮਨ ਆਰਸੀ ਕੋ ਗੁਰਮੁਖ ਦੇਖੇ, ਵੀ ਗੁਰਮੁਖ ਹੀ ਕੋਈ ਦੇਖਦਾ ਆਪਣੇ ਮਨ ਨੂੰ ਤੇ ਉਹਨੂੰ ਪਤਾ ਲੱਗਦਾ ਵੀ ਇਹ ਆਰਸੀ ਪ੍ਰਕਾਸ਼, ਤੇ ਪਰਮਾਤਮਾ ਉਹਨੂੰ ਵੀ ਆਰਸੀ ਆਖੇ, ਉਹ ਵੀ ਪ੍ਰਕਾਸ਼। ਜਿਹਨੂੰ ਮਹਾਰਾਜ ਕਹਿੰਦੇ ਸੋ ਤੁਮ ਹੀ ਮੈਂ ਬਸੇ ਨਿਰੰਤਰ ਨਾਨਕ ਦਰਪਨ ਨਿਆਈ, ਵੀ ਉਹ ਦਰਪਨ ਵਰਗਾ ਸ਼ੁੱਧ ਹੈ, ਸ਼ੀਸ਼ੇ ਵਰਗਾ ਸਾਡੇ ਅੰਦਰ ਵੀ ਤੇ ਬਾਹਰ ਵੀ ਚਾਰ ਚੁਫੇਰੇ ਮੌਜੂਦ ਹੈ। ਹੁਣ ਆਪਾਂ ਨੂੰ ਫਿਰ ਦੱਸਦੇ ਵੀ ਕੋਈ ਸਾਤੋਂ ਮਾਲਕ ਉਹ ਦੂਰ ਨਹੀਂ ਹੈ, ਸਾਡੇ ਅੰਦਰ ਬਾਹਰ ਚਾਰ ਚੁਫੇਰੇ ਉਹੀ ਮੌਜੂਦ ਹੈ, ਉਹਨੇ ਸਾਨੂੰ ਘੇਰਿਆ ਹੋਇਆ। ਜਿਵੇਂ ਪਾਣੀ ਦੇ ਵਿੱਚ ਮੱਛੀ ਹੁੰਦੀ ਹੈ, ਆਪਾਂ ਉਹਨੂੰ ਪੁੱਛੀਏ ਮੱਛੀ ਨੂੰ ਬਈ ਪਾਣੀ ਤੇਰੇ ਕਿੰਨਾ ਕੁ ਨੇੜੇ, ਤੇ ਉਹ ਤਾਂ ਰਹਿੰਦੀ ਪਾਣੀ 'ਚ, ਉਹਦੇ ਅੰਦਰ ਵੀ ਪਾਣੀ ਹੈ ਤੇ ਬਾਹਰ ਵੀ ਪਾਣੀ ਹੈ। ਇਸੇ ਤਰ੍ਹਾਂ ਹੀ ਪਰਮਾਤਮਾ ਸਾਡੇ ਅੰਦਰ ਵੀ ਉਹੀ ਹੈ ਤੇ ਬਾਹਰ ਵੀ ਚਾਰ ਚੁਫੇਰੇ ਉਹੀ। ਜਿਸ ਨੂੰ ਮਹਾਰਾਜ ਕਹਿੰਦੇ ਤੂੰ ਦਰਿਆਓ ਦਾਨਾ ਬੀਨਾ ਸਭ ਤੁਝ ਹੀ ਮੈਂ ਮਾਹੇ, ਵੀ ਤੇਰੇ ਵਿੱਚ ਹੀ ਸਾਰਾ ਕੁਛ, ਉਹ ਤੋਂ ਬਾਹਰ ਨਹੀਂ ਹੈ। ਹੁਣ ਆਪਾਂ ਪਰਮਾਤਮਾ ਦੇ ਵਿੱਚ ਹੀ ਚੱਲਦੇ ਹਾਂ, ਉਹਦੇ ਵਿੱਚ ਹੀ ਕੰਮ ਕਾਰ ਕਰਦੇ ਹਾਂ, ਵਿੱਚ ਹੀ ਉਹਦੇ ਭੱਜੇ ਫਿਰਦੇ ਹਾਂ, ਆਪਾਂ ਸਾਰਾ ਕੁਛ ਉਹਦੇ ਵਿੱਚ ਹੀ ਕਰਦੇ ਹਾਂ, ਉਹਦੀ ਗੋਦ ਦੇ ਵਿੱਚ ਹੀ ਆਪਾਂ ਉਹਦੀ ਗੋਦ ਤੋਂ ਕਦੇ ਬਾਹਰ ਨਹੀਂ ਚਲੇ ਜਾਂਦੇ। ਜਿਵੇਂ ਹੁਣ ਜਿੱਥੇ ਪਰਮਾਤਮਾ ਵਸਦਾ ਉਹਨੂੰ ਗੁਰੂ ਨਾਨਕ ਦੇਵ ਜੀ ਨੇ ਸੱਚਖੰਡ ਦਾ ਨਾਮ ਦਿੱਤਾ, ਵੀ ਜਿੱਥੇ ਪਰਮਾਤਮਾ ਦਾ ਵਾਸਾ ਉਹ ਹੈ ਸੱਚਖੰਡ, ਤੇ ਸੱਚਖੰਡ ਦੇ ਵਿੱਚ ਕਿਹਦਾ ਵਾਸਾ? ਨਿਰੰਕਾਰ ਦਾ, ਵਾਹਿਗੁਰੂ ਦਾ। ਮਹਾਰਾਜ ਕਹਿੰਦੇ ਸੱਚਖੰਡ ਵਸੇ ਨਿਰੰਕਾਰ, ਕਰ ਕਰ ਵੇਖੇ ਨਦਰ ਨਿਹਾਲ, ਵੀ ਸੱਚਖੰਡ ਦੇ ਵਿੱਚ ਨਿਰੰਕਾਰ ਵਸਦਾ, ਤੇ ਨਿਰੰਕਾਰ ਐਸੀ ਕੋਈ ਥਾਂ ਨਹੀਂ ਜਿੱਥੇ ਉਹ ਨਹੀਂ ਵਸਦਾ, ਉਹ ਹਰ ਥਾਂ 'ਤੇ ਮੌਜੂਦ ਹੈ। ਚਾਹੇ ਆਪਾਂ ਪਤਾਲ ਲੋਕ ਨੂੰ ਚਲੇ ਜਾਈਏ, ਚਾਹੇ ਆਪਾਂ ਆਕਾਸ਼ ਲੋਕ ਨੂੰ ਚਲੇ ਜਾਈਏ, ਚਾਹੇ ਧਰਤੀ 'ਤੇ, ਐਸੀ ਕੋਈ ਥਾਂ ਹੀ ਨਹੀਂ ਜਿੱਥੇ ਉਹ ਨਹੀਂ ਹੈ। ਚਾਹੇ ਆਪਾਂ ਜੰਗਲਾਂ 'ਚ ਚਲੇ ਜਾਈਏ, ਉਹ ਹਰ ਥਾਂ 'ਤੇ ਮੌਜੂਦ ਹੈ। ਮਹਾਰਾਜ ਕਹਿੰਦੇ ਜਲ ਥਲ ਮਹੀਅਲ ਪੂਰਿਆ ਰਵਿਆ ਵਿੱਚ ਬਣਾ, ਵੀ ਉਹਦਾ ਐਸੀ ਕੋਈ ਥਾਂ ਹੀ ਨਹੀਂ ਜਿੱਥੇ ਉਹ ਨਹੀਂ ਹੈ। ਸੋ ਜਿੱਥੇ ਮਾਲਕ ਹੈ ਉਹਨੂੰ ਕਹਿੰਦੇ ਸੱਚਖੰਡ, ਤੇ ਆਪਾਂ ਵੀ ਸਾਰੇ ਸੱਚਖੰਡ ਦੇ ਵਿੱਚ ਹੀ ਰਹਿੰਦੇ ਹਾਂ, ਆਪਾਂ ਸੱਚਖੰਡ ਦੇ ਵਿੱਚ ਹੀ ਚੱਲਦੇ ਹਾਂ, ਵਿੱਚ ਹੀ ਉਹਦੇ ਭੱਜੇ ਫਿਰਦੇ ਹਾਂ, ਸਾਰਾ ਕੁਛ ਵਿੱਚ ਹੀ ਉਹਦੇ ਕਰੀ ਜਾਂਦੇ ਹਾਂ ਆਪਾਂ। ਹੁਣ ਆਪਾਂ ਨੂੰ ਫਿਰ ਮਹਾਰਾਜ ਸਮਝਾਉਂਦੇ ਵੀ ਉਹ ਸਾਤੋਂ ਕੋਈ ਦੂਰ ਨਹੀਂ ਹੈ, ਸਾਨੂੰ ਸਾਹਮਣੇ ਉਸ ਵਾਸ ਦੇ ਕੇ ਜਿਉਂਦਾ ਰੱਖ ਰਹੇ ਆ।
ਆਪਾਂ ਜਿੱਧਰ ਨੂੰ ਵੀ ਮੁੱਖ ਕਰ ਲਈਏ ਉਹ ਚਾਰ ਚੁਫੇਰੇ ਸਾਡੇ ਮੌਜੂਦ ਹੈ, ਉੱਧਰੋਂ ਹੀ ਸਾਡੇ ਮੁੱਖ ਦੇ ਵਿੱਚ ਸਵਾਸ ਪਾ ਦਿੰਦਾ ਹੈ। ਜਿੱਥੇ ਮਰਜ਼ੀ ਚਲੇ ਜਾਏ, ਚਾਹੇ ਉੱਪਰ ਚਲੇ ਜਾਈਏ ਥੱਲੇ ਚਲੇ ਜਾਈਏ, ਉਹ ਹਰ ਥਾਂ 'ਤੇ ਮੌਜੂਦ ਹੈ। ਇਸ ਲਈ ਮਹਾਰਾਜ ਕਹਿੰਦੇ ਆਪੇ ਕਰਤਾ ਕਰ ਕਰ ਵੇਖੇ ਦਿਨ ਦਾ ਸਾਸ ਗਿਰਾਹਾ ਹੈ। ਬਈ ਸਾਨੂੰ ਸਵਾਸਾਂ ਦੀ ਗਰਾਹੀ ਦੇ ਕੇ ਜਿਉਂਦਾ ਰੱਖ ਰਹੇ ਹੈ, ਸਾਡੀ ਪਾਲਣਾ ਪੋਸ਼ਣਾ ਕਰ ਰਹੇ ਹੈ। ਹੁਣ ਦੇਖੋ ਬਈ ਸਭ ਤੋਂ ਜਿਹੜੀ ਸਾਡੇ ਵਾਸਤੇ ਜ਼ਰੂਰੀ ਹੈ ਉਹ ਹੈ ਸਵਾਸ। ਜੇ ਸਾਨੂੰ ਸਵਾਸ ਆ ਰਿਹਾ ਹੈ ਤੇ ਸਾਡਾ ਜੀਵਨ ਹੈ। ਆਪਾਂ ਕਹਿੰਦੇ ਹਾਂ ਵੀ ਅਸੀਂ ਕੰਮ ਕਾਰ ਕਰਦੇ ਹਾਂ ਜੀ, ਸਾਡਾ ਪਰਿਵਾਰ ਹੈ, ਸਾਡੇ ਬੱਚੇ ਨੇ ਜੀ। ਜੇ ਸਵਾਸ ਨੇ ਤਾਂਹੀਓ ਕਹਿ ਰਹੇ। ਜੇ ਸਾਨੂੰ ਸਵਾਸ ਹੀ ਨਾ ਆਵੇ ਤੇ ਸਾਡਾ ਖੇਲ ਉਦੋਂ ਹੀ ਖਤਮ ਹੋ ਜਾਂਦਾ, ਸਮਾਪਤ ਹੋ ਜਾਂਦਾ। ਇਸ ਲਈ ਮਹਾਰਾਜ ਕਹਿੰਦੇ ਹਮ ਆਦਮੀ ਹਾਂ ਇੱਕ ਦਮੀ ਮੋਹਲਤ ਮੋਹਤ ਨਾ ਜਾਣਾ। ਵੀ ਇੱਕ ਦਮ ਦੇ ਅਸੀਂ ਜੀਵ ਹਾਂ, ਸਾਡੇ ਕੋਲ ਕਿੰਨੀ ਕੁ ਮੋਹਲਤ ਇਹ ਵੀ ਨਹੀਂ ਸਾਨੂੰ ਪਤਾ। ਤੇ ਮਹਾਰਾਜ ਕਹਿੰਦੇ ਫਿਰ ਉਹਦਾ ਸਿਮਰਨ ਕਰੋ ਜਿਹੜਾ ਤੁਹਾਨੂੰ ਸਵਾਸ ਦੇ ਕੇ ਜਿਉਂਦਾ ਰੱਖ ਰਿਹਾ। ਉਹਨੂੰ ਚੇਤੇ ਰੱਖੋ, ਉਹਦੇ ਸਨਮੁਖ ਹੋਵੋ। ਇਹ ਸਾਡਾ ਸਭ ਤੋਂ ਪਹਿਲਾਂ ਜਿਹੜਾ ਅਸਲ ਸਾਡਾ ਕਾਰਜ ਹੈ ਸਾਡੇ ਮਨ ਦਾ, ਜਿਸ ਵਾਸਤੇ ਸਾਨੂੰ ਇਹ ਮਾਨਸ ਦੇਹੀ ਮਿਲੀ ਹੈ, ਇਹ ਸਾਡਾ ਅਸਲ ਕਾਰਜ। ਨਾਨਕ ਬਿਨਵੇ ਤਿਸੇ ਸਰੇਵੋ ਜਾ ਕੇ ਜੀ ਪ੍ਰਾਣਾ। ਹੁਣ ਮਾਲਕ ਸਾਨੂੰ ਪ੍ਰਾਣ ਦੇਣਾ ਭੁੱਲਦਾ ਨਹੀਂ ਹੈ, ਉਹ ਸਵਾਸ ਸਾਨੂੰ ਦੇਣਾ ਨਹੀਂ ਭੁੱਲਦਾ। ਇੱਕ ਸਵਾਸ ਸਾਡੇ ਮੁੱਖ 'ਚ ਪਾਉਂਦਾ, ਦੇਖਦਾ ਵੀ ਮੇਰੇ ਬੱਚੇ ਕਿੱਥੇ ਵਰਤਦੇ, ਫਿਰ ਉਹ ਸਵਾਸ ਜਦੋਂ ਬਾਹਰ ਆਉਂਦਾ ਫਿਰ ਉਹ ਦੂਸਰਾ ਸਵਾਸ ਪਾ ਦਿੰਦਾ। ਹੁਣ ਜਿਹੜਾ ਸਾਨੂੰ ਸਵਾਸ ਦੇ ਕੇ ਜਿਉਂਦਾ ਰੱਖ ਰਿਹਾ ਇੰਨਾ ਸਾਡੇ ਨੇੜੇ ਹੈ, ਤੇ ਆਪਾਂ ਕਿਸੇ ਨੂੰ ਸਵਾਸ ਦੇ ਕੇ ਜਿਉਂਦਾ ਨਹੀਂ ਰੱਖ ਸਕਦੇ। ਤੇ ਫਿਰ ਮਹਾਰਾਜ ਕਹਿੰਦੇ ਵੀ ਤੁਸੀਂ ਇਹ ਗਲਤ ਫਹਿਮੀ 'ਚ ਨਾ ਰਹੋ ਵੀ ਤੁਸੀਂ ਕਿਸੇ ਨੂੰ ਕੁਛ ਹੋਰ ਵੀ ਦੇ ਸਕਦੇ ਹੋ। ਜਿਵੇਂ ਹੁਣ ਸਾਡੇ ਅੰਦਰ ਕਰਤੇ ਦਾ ਭਾਵ ਹੈ, ਅਸੀਂ ਕਹਿੰਦੇ ਵੀ ਅਸੀਂ ਕਰਤੇ ਹਾਂ, ਅਸੀਂ ਕਰਦੇ ਹਾਂ ਜੀ। ਜੇ ਅਸੀਂ ਨਹੀਂ ਕਰਾਂਗੇ ਤੇ ਚੱਲਣਾ ਹੀ ਨਹੀਂ ਹੈ। ਤੇ ਸਾਨੂੰ ਸਤਿਗੁਰੂ ਕਹਿੰਦੇ ਵੀ ਚਲਾ ਉਹੀ ਰਿਹਾ ਜਿਹੜਾ ਤੁਹਾਨੂੰ ਸਵਾਸ ਦੇ ਰਿਹਾ। ਜਿਹੜਾ ਮਾਲਕ ਸਾਨੂੰ ਸਵਾਸ ਦਿੰਦਾ ਉਹੀਓ ਸਾਡੀ ਪਾਲਣਾ ਪੋਸ਼ਣਾ ਕਰਦਾ, ਉਹੀਓ ਸਾਡੇ ਮਨ ਦੀਆਂ, ਉਹੀਓ ਸਾਡੇ ਤਨ ਦੀਆਂ ਲੋੜਾਂ ਪੂਰੀਆਂ ਕਰਦਾ। ਉਹਨੂੰ ਪਤਾ ਹੈ ਸਮੇਂ ਸਮੇਂ ਮੁਤਾਬਕ ਉਹ ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰਦਾ ਰਹਿੰਦਾ। ਵੀ ਮੇਰੇ ਬੱਚੇ ਨੂੰ ਕਿੰਨੀ ਕੁ ਚੀਜ਼ ਦੀ ਲੋੜ ਹੈ, ਉਹਨਾਂ ਕੁ ਸਾਨੂੰ ਦਿੱਤੀ ਜਾਂਦਾ। ਇਸ ਵਾਸਤੇ ਫਿਰ ਸਾਨੂੰ ਕਹਿੰਦੇ ਵੀ ਜੇ ਤਾਂ ਤੁਸੀਂ ਕਿਸੇ ਨੂੰ ਸਵਾਸ ਦੇ ਕੇ ਜਿਉਂਦਾ ਰੱਖ ਸਕਦੇ ਹੋ, ਫਿਰ ਤਾਂ ਤੁਸੀਂ ਸਮਝੋ ਵੀ ਅਸੀਂ ਕੁਝ ਹੋਰ ਵੀ ਦੇ ਸਕਦੇ ਹਾਂ। ਜੇ ਤੁਸੀਂ ਕਿਸੇ ਨੂੰ ਇੱਕ ਸਵਾਸ ਨਹੀਂ ਦੇ ਸਕਦੇ ਤੇ ਫਿਰ ਤੁਸੀਂ ਕਿਸੇ ਨੂੰ ਕੁਝ ਹੋਰ ਵੀ ਨਹੀਂ ਦੇ ਸਕਦੇ। ਤਾਂਹੀਓ ਫਿਰ ਸਤਿਗੁਰੂ ਸਾਨੂੰ ਸਮਝਾਉਂਦੇ ਵੀ ਕਰਨ ਵਾਲਾ ਉਹ ਇੱਕ ਹੀ ਹੈ, ਮਾਲਕ ਪਰਮਾਤਮਾ ਵਾਹਿਗੁਰੂ। ਜਿਹੜੇ ਗੁਰਮੁਖ ਜਾਗੇ ਉਹਨਾਂ ਨੇ ਜਾਗ ਕੇ ਜਦੋਂ ਦੇਖਿਆ ਤੇ ਉਹਨਾਂ ਨੇ ਫਿਰ ਸਾਨੂੰ ਦੇਖ ਕੇ ਦੱਸਿਆ। ਮਹਾਰਾਜ ਕਹਿੰਦੇ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਈ, ਨਾਨਕ ਤਿਸ ਬਲਿਹਾਰ ਨੇ ਜਲ ਥਲ ਮਹੀਲ ਸੋਈ। ਬਈ ਉਹ ਤਾਂ ਜਲ ਦੇ ਵਿੱਚ ਵੀ ਜੀਵਾਂ ਨੂੰ ਉੱਥੇ ਵੀ ਰਿਜ਼ਕ ਦਿੰਦਾ ਹੈ। ਜਿਵੇਂ ਸਿਰਫ ਕਰਮ ਤਾਂ ਆਪਾਂ ਹੀ ਕਰਦੇ ਹਾਂ ਨਾ, ਮਾਨਸ ਜਾਮੇ 'ਚ ਪੈਸੇ ਆਪਾਂ ਹੀ ਇਕੱਠੇ ਕਰਦੇ ਹਾਂ। ਹੋਰ 84 ਲੱਖ ਜੂਨ ਮਾਨਸ ਨੂੰ ਛੱਡ ਕੇ ਉਹ ਤਾਂ ਪੈਸੇ ਇਕੱਠੇ ਨਹੀਂ ਕਰਦੇ। ਤੇ ਨਾ ਹੀ ਮਹਾਰਾਜ ਕਹਿੰਦੇ ਜਲ ਦੇ ਵਿੱਚ ਉੱਥੇ ਕੋਈ ਹੱਟ ਲੱਗੇ ਨੇ, ਉੱਥੇ ਦੁਕਾਨਾਂ ਲੱਗੀਆਂ, ਪਰ ਉਹ ਉਹਨਾਂ ਨੂੰ ਉੱਥੇ ਵੀ ਰਿਜ਼ਕ ਦਿੰਦਾ। ਤਾਈਓ ਮਹਾਰਾਜ ਕਹਿੰਦੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸੀ ਹੀ ਹੈ, ਜਲ ਮੈਂ ਜੀਓ ਪਾਏ ਕਿ ਤਿੰਨਾਂ ਭੀ ਰੋਜੀ ਦੇ। ਉੱਥੇ ਹੱਟ ਨਾ ਚੱਲੇ ਨਾ ਕੋ ਕਿਰਸ ਕਰੇ। ਮਹਾਰਾਜ ਕਹਿੰਦੇ ਉੱਥੇ ਨਾ ਕੋਈ ਹੱਟ ਲੱਗੇ ਨੇ, ਉਹ ਉਹਨਾਂ ਨੂੰ ਉੱਥੇ ਵੀ ਦਿੰਦਾ ਹੈ। ਹੁਣ ਗੁਰਬਾਣੀ ਗੁਰੂ ਵਿੱਚ ਸਾਨੂੰ ਹੋਰਾਂ ਜੀਵਾਂ ਦੀਆਂ ਮਿਸਾਲਾਂ ਦੇ ਦੇ ਕੇ ਸਮਝਾਇਆ ਵੀ ਜਿਵੇਂ ਹੁਣ ਆਪਾਂ ਸੰਸਾਰ ਦੀ ਹਾਲਤ ਦੇਖਦੇ ਨਾ, ਜੀਵ ਨੂੰ ਇੰਨੀ ਚਿੰਤਾ ਲੱਗੀ ਦਿਨ ਰਾਤ ਵੀ ਮੈਂ ਕੀ ਖਾਵਾਂ ਪੀਵਾਂ, ਕਿਵੇਂ ਮੈਂ ਪਾਲਾਂ ਇਹ ਸਰੀਰ ਨੂੰ। ਉਹਦੇ ਵਾਸਤੇ ਸਾਨੂੰ ਫਿਰ ਸਤਿਗੁਰਾਂ ਨੇ ਉਦਾਹਰਨਾਂ ਦਿੱਤੀਆਂ ਹੋਰਾਂ ਜੀਵਾਂ ਦੀਆਂ, ਵੀ ਤਾਂ ਕਿ ਸਾਨੂੰ ਉਹਨਾਂ ਨੂੰ ਦੇਖ ਕੇ ਸਾਨੂੰ ਭਰੋਸਾ ਆ ਜੇ ਪਰਮਾਤਮਾ ਤੇ, ਸਾਨੂੰ ਯਕੀਨ ਆ ਜੇ। ਕਿਉਂਕਿ ਜਿੰਨੀ 84 ਲੱਖ ਜੂਨ ਮਾਨਸ ਨੂੰ ਛੱਡ ਕੇ ਹੋਰ ਕੋਈ ਇਕੱਠਾ ਨਹੀਂ ਕਰਦਾ, ਸਿਰਫ ਇੱਕ ਮਾਨਸ ਹੀ ਹੈ। ਬਈ ਜਿੰਨਾ ਸਾਨੂੰ ਵੱਧ ਗਿਆਨ ਦਿੱਤਾ ਸਤਿਗੁਰਾਂ ਨੇ, ਜਿੰਨਾ ਇਹ ਸ੍ਰੇਸ਼ਟ ਹੈ, ਸਭ ਤੋਂ ਉੱਤਮ ਹੈ ਮਾਨਸ ਜਾਮਾ,
ਸਾਨੂੰ ਹੀ ਪਰਮਾਤਮਾ 'ਤੇ ਭਰੋਸਾ ਨਹੀਂ ਰਿਹਾ, ਬਾਕੀ ਸਭ ਨੂੰ ਭਰੋਸਾ ਹੈ ਬਈ ਜਿਹਨੇ ਸਾਨੂੰ ਪੈਦਾ ਕੀਤਾ ਉਹਨੇ ਸਾਨੂੰ ਦੇਣਾ ਵੀ ਹੈ, ਇਸ ਕਰਕੇ ਉਹ ਬਹੁਤਾ ਇਕੱਠਾ ਨਹੀਂ ਕਰਦੇ। ਸਿਰਫ ਇੱਕ ਮਾਨਸ ਹੀ ਐਸਾ ਹੈ, ਜਿਉਂ ਅਸੀਂ ਸੁਰਤ ਸੰਭਾਲਦੇ ਅਸੀਂ ਇਕੱਠਾ ਕਰਨਾ ਸ਼ੁਰੂ ਕਰਦੇ ਹਾਂ, ਸਾਰੀ ਉਮਰ ਜੀਵ ਇਕੱਠਾ ਕਰਦਾ ਕਰਦਾ ਇੱਥੇ ਇਕੱਠਾ ਕਰਕੇ ਛੱਡ ਜਾਂਦਾ ਹੈ, ਅਤੇ ਜਿਹੜਾ ਕਾਰਜ ਕਰਨ ਵਾਸਤੇ ਮਾਲਕ ਨੇ ਭੇਜਿਆ ਸੀ ਉਹ ਨਹੀਂ ਕਰਦਾ। ਇਸ ਵਾਸਤੇ ਫਿਰ ਸਤਿਗੁਰੂ ਸਾਨੂੰ ਉਦਾਹਰਨਾਂ ਦਿੰਦੇ, ਕਹਿੰਦੇ ਵੀ ਇੱਕ ਪੱਥਰ ਹੈ ਸੈਲ, ਬਈ ਜਿਹਦੇ ਵਿੱਚ ਕੋਈ ਰਾਹ ਨਹੀਂ ਜਾਂਦਾ, ਸਾਰੇ ਪਾਸਿਓਂ ਬੰਦ ਹੈ, ਉਹਦੇ ਵਿੱਚ ਕੀੜਾ ਹੈ ਅਤੇ ਮਾਲਕ ਉਹਨੂੰ ਉੱਥੇ ਰਿਜ਼ਕ ਦਿੰਦਾ, ਉਹਦੇ ਵਿੱਚ ਉਹਨੂੰ ਜਿਉਂਦਾ ਰੱਖਦਾ। ਮਹਾਰਾਜ ਕਹਿੰਦੇ ਪਖਾਨ ਕੀਟ ਗੁਪਤ ਹੋਏ ਰਹਿਤਾ, ਤਾਚੋ ਮਾਰਗ ਨਾਹੀਂ, ਕਹੇ ਧੰਨਾ ਪੂਰਨ ਤਾਹੂ ਕੋ ਮਤਰੀ ਜੀਟ ਰਾਹੀ। ਮਹਾਰਾਜ ਕਹਿੰਦੇ ਵੀ ਉਹ ਪੂਰਨ ਪਰਮਾਤਮਾ ਤੂੰ ਦੇਖ ਵੀ ਉਹ ਪੱਥਰ ਦੇ ਵਿੱਚ ਕੋਈ ਮਾਰਗ ਵੀ ਨਹੀਂ ਹੈ, ਕਿਸੇ ਪਾਸਿਓਂ ਕੋਈ ਰਾਹ ਨਹੀਂ ਜਾਂਦਾ, ਉਹ ਸਾਰੇ ਪਾਸਿਓਂ ਬੰਦ ਹੈ, ਅਤੇ ਉਹਦੇ ਵਿੱਚ ਮਾਲਕ ਨੇ ਉਹਨੂੰ ਪੈਦਾ ਕੀਤਾ ਅਤੇ ਉਹਦੇ ਵਿੱਚ ਉੱਥੇ ਰਿਜ਼ਕ ਰੱਖਿਆ, ਉਹਨੂੰ ਉੱਥੇ ਪਾਲ ਰਿਹਾ। ਬਈ ਕੀ ਮਨ ਨੂੰ ਕਹਿੰਦੇ ਵੀ ਤੈਨੂੰ ਨਹੀਂ ਦੇਗਾ, ਵੀ ਤੂੰ ਕਾਹਤੋਂ ਐਵੇਂ ਚਿੰਤਾ, ਐਵੇਂ ਕਾਹਤੋਂ ਫਿਕਰ ਕਰੀ ਜਾਂਦਾ। ਫਿਰ ਮਹਾਰਾਜ ਦੂਜੀ ਉਦਾਹਰਨ ਦਿੰਦੇ ਕੱਛੂ ਕੰਮੇ ਦੀ, ਵੀ ਉਹ ਜਿਹੜਾ ਕੱਛੂ ਕੰਮਾ ਉਹ ਜਦੋਂ ਪਾਣੀ ਦੇ ਵਿੱਚ ਰਹਿੰਦਾ ਹੈ ਅਤੇ ਉਹ ਆਂਡੇ ਬਾਹਰ ਦੇ ਕੇ ਰੇਤੇ ਦੇ ਵਿੱਚ, ਅਤੇ ਉਹ ਫਿਰ ਪਾਣੀ ਦੇ ਵਿੱਚ ਚਲਾ ਜਾਂਦਾ। ਹੁਣ ਉਹਦੇ ਵਿੱਚੋਂ ਆਂਡਿਆਂ ਦੇ ਬੱਚੇ ਵੀ ਨਿਕਲਦੇ, ਫਿਰ ਉਹ ਵੱਡੇ ਵੀ ਹੁੰਦੇ, ਪਲਦੇ ਵੀ, ਅਤੇ ਉਹ ਫਿਰ ਬਾਅਦ 'ਚੋਂ ਪਾਣੀ ਦੇ ਵਿੱਚ ਜਾਂਦੇ। ਹੁਣ ਮਹਾਰਾਜ ਕਹਿੰਦੇ ਵੀ ਉਹ ਜਿਹੜਾ ਕੱਛੂ ਕੰਮਾ ਹੈ ਅਤੇ ਉਹਦੇ ਜਿਹੜੇ ਬੱਚੇ ਨੇ, ਉਹ ਬੱਚਿਆਂ ਦੇ ਨਾ ਤਾਂ ਕੋਈ ਖੰਭ ਲੱਗੇ ਨੇ ਵੀ ਉਹ ਉੱਡ ਕੇ ਕਿਸੇ ਪਾਸੇ ਜਾ ਸਕਣ, ਅਤੇ ਨਾ ਹੀ ਉਹ ਜਿਹੜੀ ਕੱਛੂ ਕੰਮੇ ਉਹਨੂੰ ਕੋਈ ਥਣ ਲੱਗੇ ਵੀ ਉਹਦੇ ਦੁੱਧ ਆਉਂਦਾ ਹੈ ਵੀ ਜਿਹੜੇ ਉਹਦੇ ਬੱਚੇ ਉਹਦਾ ਦੁੱਧ ਚੁੰਘ ਲੈਣ। ਪਰ ਮਾਲਕ ਫਿਰ ਵੀ ਉਹਦੇ ਬੱਚਿਆਂ ਨੂੰ ਉੱਥੇ ਉਹ ਰਿਜ਼ਕ ਦਿੰਦਾ ਹੈ, ਉਹ ਆਪ ਪਾਣੀ ਦੇ ਵਿੱਚ ਹੈ, ਉਹ ਪਾਣੀ ਤੋਂ ਬਾਹਰ ਨੇ, ਅਤੇ ਉੱਥੇ ਉਹਨਾਂ ਦੀ ਪਾਲਣਾ ਕਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੁੰਮੀ ਜਲ ਮੈਂ ਤਨ ਤਿਸ ਬਾਹਰ, ਪੰਖ ਖੀਰ ਤਿਨ ਨਾਹੀਂ, ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ। ਮਨ ਨੂੰ ਕਹਿੰਦੇ ਵੀ ਤੂੰ ਉਹਨਾਂ ਨੂੰ ਦੇਖ ਕੇ ਸਮਝ ਲੈ, ਤੈਨੂੰ ਉਹਨਾਂ ਨੂੰ ਦੇਖ ਕੇ ਨਹੀਂ ਅਕਲ ਆਉਂਦੀ। ਬਈ ਉਹ ਮਾਲਕ ਉਹਨਾਂ ਨੂੰ ਪਾਲ ਰਿਹਾ, ਉਹ ਛੋਟੇ ਛੋਟੇ ਜੀਵ ਨੇ, ਕਿ ਤੈਨੂੰ ਨਹੀਂ ਪਾਲੇਗਾ, ਕਿ ਤੈਨੂੰ ਨਹੀਂ ਦੇਵੇਗਾ। ਇਸ ਵਾਸਤੇ ਫਿਰ ਜਦੋਂ ਇਹ ਸਤਿਗੁਰੂ ਸਾਨੂੰ ਸਮਝਾਉਂਦੇ, ਸਾਨੂੰ ਗਿਆਨ ਦਿੰਦੇ, ਆਪਾਂ ਸਤ ਸੰਗਤ ਕਰਦੇ, ਫਿਰ ਸਾਨੂੰ ਭਰੋਸਾ ਹੁੰਦਾ ਪਰਮਾਤਮਾ ਦੇ ਉੱਤੇ, ਵਾਹਿਗੁਰੂ ਦੇ ਉੱਤੇ, ਬਈ ਸਾਡਾ ਰਿਜ਼ਕ ਅਤੇ ਸਾਡੇ ਸਵਾਸ ਇਕੱਠੇ ਖਤਮ ਹੁੰਦੇ। ਜਿੰਨਾ ਸਮਾਂ ਸਾਨੂੰ ਸਵਾਸ ਮਾਲਕ ਨੇ ਦਿੱਤੇ ਨੇ, ਉਨਾ ਸਮਾਂ ਸਾਨੂੰ ਰਿਜ਼ਕ ਵੀ ਦੇਣਾ ਹੀ ਦੇਣਾ, ਸਾਨੂੰ ਮਿਲਣਾ ਹੀ ਮਿਲਣਾ। ਸਾਨੂੰ ਜੀਵਾਂ ਨੂੰ ਬਾਅਦ 'ਚੋਂ ਜੀਵਾਂ ਨੂੰ ਮਾਲਕ ਪੈਦਾ ਕਰਦਾ, ਉਹਨਾਂ ਦਾ ਰਿਜ਼ਕ ਪਹਿਲਾਂ ਭੇਜ ਦਿੰਦਾ। ਮਹਾਰਾਜ ਕਹਿੰਦੇ ਜੀ ਜੰਤ ਸਭ ਪਾਛੇ ਕਰਿਆ, ਪ੍ਰਥਮੇ ਰਿਜ਼ਕ ਸਵਾਹਾ ਹੈ, ਵੀ ਮੈਂ ਜੀਵਾਂ ਨੂੰ ਬਾਅਦ 'ਚੋਂ ਪੈਦਾ ਕਰਦਾ, ਪਹਿਲਾਂ ਉਹਨਾਂ ਦੇ ਰਿਜ਼ਕ ਦਾ ਇੰਤਜ਼ਾਮ ਕਰ ਦਿੰਦਾ। ਜਿਵੇਂ ਆਪਾਂ ਨੂੰ ਉਦਾਹਰਨ ਦੇ ਤੌਰ 'ਤੇ ਸਮਝਾਉਂਦੇ ਵੀ ਸੂਰ ਹੈ, ਸੂਰ ਦੇ ਬੱਚੇ ਜ਼ਿਆਦਾ ਹੁੰਦੇ ਨੇ। ਹੁਣ ਜਿਹੜੀ ਉਹ ਸੂਰੀ ਹੈ, ਜੇ ਉਹਦੇ 12 ਬੱਚੇ ਨੇ ਅਤੇ ਉਹਦੇ 12 ਥਣਾਂ ਦੇ ਵਿੱਚ ਉਹ ਦੁੱਧ ਆਉਂਦਾ ਹੈ, ਕਿਸੇ ਕਾਰਨ ਕਰਕੇ ਉਹਦੇ 4 ਬੱਚੇ ਮਰ ਗਏ, ਉੱਧਰੋਂ ਬੱਚੇ ਮਰ ਜਾਂਦੇ ਅਤੇ ਨਾਲ ਦੀ ਨਾਲ ਹੀ 4 ਥਣਾਂ 'ਚੋਂ ਦੁੱਧ ਸੁੱਕ ਜਾਂਦਾ ਇਕੱਠਾ ਹੀ, ਉੱਧਰੋਂ ਸਵਾਸ ਖਤਮ ਅਤੇ ਨਾਲ ਹੀ ਦੁੱਧ ਸੁੱਕ ਗਿਆ, ਇਕੱਠਾ ਖਤਮ ਹੁੰਦਾ ਰਿਜ਼ਕ ਅਤੇ ਸਵਾਸ। ਜੇ 4 ਹੋਰ ਮਰ ਗਏ ਅਤੇ ਉਹ 4ਾਂ 'ਚੋਂ ਨਾਲ ਹੀ ਹੋਰ ਸੁੱਕ ਜਾਣਾ, ਜਦ ਹੀ ਉੱਧਰ ਸਵਾਸ ਖਤਮ, ਨਾਲ ਹੀ ਦੁੱਧ ਆਉਣਾ ਬੰਦ, ਇਕੱਠੇ ਖਤਮ ਹੁੰਦਾ ਹੈ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਸਾਨੂੰ ਮਾਲਕ ਨੇ ਜਦ ਤੱਕ ਸਵਾਸ ਦੇਣੇ, ਸਾਡਾ ਰਿਜ਼ਕ ਪਹਿਲਾਂ ਹੀ ਪ੍ਰਬੰਧ ਕੀਤਾ ਹੋਇਆ ਉਹਨੇ, ਬਈ ਜਿਸ ਮਕਸਦ ਵਾਸਤੇ ਅਸੀਂ ਆਏ ਹਾਂ, ਸਾਨੂੰ ਕਹਿੰਦੇ ਵੀ ਤੁਸੀਂ ਉਹ ਪੂਰਾ ਕਰੋ, ਉਹਨੂੰ ਸਮਝੋ। ਵੀ ਇੱਧਰ ਆਸ਼ਾ ਅਭਿਲਾਸ਼ਾ ਤ੍ਰਿਸ਼ਨਾਵਾਂ ਦੇ ਵਿੱਚ ਪੈ ਕੇ ਤੁਸੀਂ ਆਪਣਾ ਜਿਹੜਾ ਜੀਵਨ ਹੈ ਇਹਨੂੰ ਵਿਅਰਥ ਨਾ ਖਰਾਬ ਕਰੋ। ਜਿਸ ਮਕਸਦ ਵਾਸਤੇ ਆਏ ਹੋ, ਜੇ ਤੁਸੀਂ ਚਿੰਤਾ ਕਰਨੀ ਹੈ ਅਤੇ ਤੁਸੀਂ ਚਿੰਤਾ ਆਪਣੇ ਘਰ ਦੀ ਕਰੋ, ਜਿਹੜਾ ਵੀ ਸਾਡਾ ਅਸਲ ਘਰ ਹੈ, ਜਿੱਥੇ ਅਸੀਂ ਇਹ ਦੇਹ ਛੱਡਣ ਤੋਂ ਮਗਰੋਂ ਜਾਣਾ ਹੈ, ਵੀ ਅਸੀਂ ਉਹ ਘਰ ਦੇਖ ਲਈਏ, ਵੀ ਅਸੀਂ ਉਹ ਘਰ ਦੀ ਚਿੰਤਾ ਕਰੀਏ, ਵੀ ਜਦੋਂ ਅਸੀਂ ਇਹ ਸਰੀਰ ਛੱਡਾਂਗੇ ਅਤੇ ਅਸੀਂ ਜਾਵਾਂਗੇ ਕਿੱਥੇ, ਉਹ ਘਰ ਅਸੀਂ ਪਹਿਲਾਂ ਦੇਖ ਲਈਏ ਅਤੇ ਉੱਥੇ ਪਹਿਲਾਂ ਅਸੀਂ ਆਉਣ ਜਾਣ ਬਣਾ ਲਈਏ।
ਹੁਣ ਇਹ ਨਹੀਂ ਜੀਵ ਚਿੰਤਾ ਕਰਦਾ, ਇਹਦੀ ਚਿੰਤਾ ਕਰਦਾ ਜਿਹਦੀ ਸਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਸਰੀਰ ਦੀ ਚਿੰਤਾ ਕਰਨ ਦੀ ਸਾਨੂੰ ਕੋਈ ਲੋੜ ਨਹੀਂ। ਜੇ ਸਾਨੂੰ ਚਿੰਤਾ ਦੀ ਲੋੜ ਹੈ ਤਾਂ ਮਨ ਦੀ ਲੋੜ ਹੈ ਕਿ ਮਨ ਨੇ ਜਿਹੜਾ ਘਰ ਨਹੀਂ ਦੇਖਿਆ, ਜਿਹੜਾ ਉਹਦਾ ਅਸਲ ਘਰ ਹੈ, ਅਸੀਂ ਉਹਦੀ ਚਿੰਤਾ ਕਰੀਏ ਵੀ ਉਹ ਘਰ ਅਸੀਂ ਦੇਖੀਏ। ਪਰ ਮਹਾਰਾਜ ਕਹਿੰਦੇ ਵੀ ਜਿਹੜਾ ਘਰ ਛੱਡ ਜਾਣਾ ਇਹ ਸਰੀਰ, ਇਹਦੀ ਤਾਂ ਜੀਵ ਦਿਨ ਰਾਤ ਚਿੰਤਾ ਕਰੀ ਜਾਂਦਾ। ਜਿਹੜਾ ਅਸਲ ਘਰ ਹੈ ਉਹਦੀ ਚਿੰਤਾ, ਉਹਦਾ ਫਿਕਰ ਕਰਦਾ ਹੀ ਨਹੀਂ ਵੀ ਮੈਂ ਉਹ ਘਰ ਵੀ ਦੇਖਣਾ। ਸਤਿਗੁਰੂ ਕਹਿੰਦੇ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤਦ ਵਰਤਣਾ ਤਿਸ ਕੀ ਚਿੰਤਾ ਨਾਹੀਂ। ਵੀ ਜਿਹੜਾ ਘਰ ਤੋਂ ਛੱਡ ਜਾਣਾ, ਹਾਲਾਂਕਿ ਅਸੀਂ ਰੋਜ਼ ਹੀ ਛੱਡ ਜਾਂਦੇ ਇਹ ਸਰੀਰ, ਇਹ ਰੋਜ਼ ਦੀ ਰੋਜ਼ ਦਾ ਖੇਲ ਹੈ। ਆਪਾਂ ਦਿਨ ਦੇ ਸਮੇਂ ਇੱਥੇ ਆਉਂਦੇ ਹਾਂ, ਇਹ ਸਰੀਰ ਨੂੰ ਲੋਕ ਕਹਿੰਦੇ ਇੱਥੇ ਆ ਕੇ ਆਪਾਂ 10-12 ਘੰਟੇ ਖੇਡਦੇ ਹਾਂ ਅਤੇ ਮੁੜ ਕੇ ਜਦੋਂ ਰਾਤ ਹੁੰਦੀ ਆਪਾਂ ਸੌਂ ਜਾਂਦੇ। ਅਸੀਂ ਇਹਨੂੰ ਖਾਲੀ ਕਰਕੇ ਆਪਦੇ ਦੇਸ਼ ਨੂੰ ਵਾਪਸ ਮੁੜ ਜਾਂਦੇ। ਇਹ ਰੋਜ਼ ਦੀ ਰੋਜ਼ ਦਾ ਖੇਲ ਹੈ। ਦਿਨੇ ਆਉਣਾ, ਇਸ ਲੋਕ ਦੇ ਵਿੱਚ ਖੇਲਣਾ ਅਤੇ ਖੇਲ ਬੰਦ ਕਰਕੇ ਮੁੜ ਕੇ ਆਪਦੇ ਘਰ ਨੂੰ, ਆਪਦੇ ਦੇਸ਼ ਨੂੰ ਵਾਪਸ ਜਾਣਾ। ਜੋ ਆਪਾਂ ਨੂੰ ਰੋਜ਼ ਹੀ ਗੁਰੂ ਨਾਨਕ ਪਾਤਸ਼ਾਹ ਸਮਝਾਉਂਦੇ, ਦਿਵਸ ਰਾਤ ਦੋਇ ਦਾਈ ਦਾਇਆ ਖੇਲੈ ਸਗਲ ਜਗਤ। ਬਈ ਇਹ ਇੱਕ ਮਾਲਕ ਨੇ ਖੇਲ ਬਣਾਇਆ ਹੈ, ਅਸੀਂ ਇਹ ਖੇਲ ਦੇ ਵਿੱਚ ਆ ਗਏ ਹਾਂ। ਹੁਣ ਇਹ ਖੇਲ ਨੂੰ ਅਸੀਂ ਕਿਵੇਂ ਖੇਲਣਾ, ਕਿਵੇਂ ਅਸੀਂ ਇਹ ਖੇਲ ਨੂੰ ਹਾਰਦੇ ਹਾਂ ਅਤੇ ਕਿਵੇਂ ਅਸੀਂ ਜਿੱਤਣਾ, ਉਹਦੇ ਵਾਸਤੇ ਫਿਰ ਇਹ ਸਾਨੂੰ ਸਤਿਗੁਰ ਦੀ ਮੱਤ ਲੈਣ ਦੀ ਲੋੜ ਪੈਂਦੀ। ਜਿਵੇਂ ਮਹਾਰਾਜ ਕਹਿੰਦੇ ਵੀ ਜਦੋਂ ਪਾਉਣ ਆਰੰਭ ਹੋਈ, ਸਾਡਾ ਮਨ ਪਾਉਣ ਦੇ ਵਿੱਚ ਆ ਕੇ ਪ੍ਰਵੇਸ਼ ਹੋਇਆ। ਸਵੇਰ ਨੂੰ ਦਿਨ ਦੇ ਸਮੇਂ ਜਦੋਂ ਅਸੀਂ ਸੁਬਾਹ ਉੱਠਦੇ ਹਾਂ, ਇਹ ਸਰੀਰ ਦੇ ਵਿੱਚ ਆ ਕੇ ਸਾਡਾ ਮਨ ਪਾਉਣ 'ਚ ਪ੍ਰਵੇਸ਼ ਹੋ ਗਿਆ ਅਤੇ ਸਤਿਗੁਰ ਦੀ ਮੱਤ ਲੈਣ ਦਾ ਵੇਲਾ ਹੋ ਗਿਆ। ਮਹਾਰਾਜ ਕਹਿੰਦੇ ਪਾਵਨ ਆਰੰਭ ਸਤਿਗੁਰ ਮੱਤ ਵੇਲਾ। ਬਈ ਸਤਿਗੁਰ ਦੀ ਮੱਤ ਲੈਣੀ ਕਾਹਦੇ ਵਾਸਤੇ? ਬਈ ਹੁਣ ਅਸੀਂ ਇਹ ਬਗਾਨੇ ਦੇਸ਼, ਇਸ ਲੋਕ ਦੇ ਵਿੱਚ ਆ ਗਏ ਹਾਂ, ਇਹਨੂੰ ਪਰਦੇਸ ਕਹਿੰਦੇ, ਪਰਦੇਸ 'ਚ ਆ ਗਏ ਹਾਂ। ਹੁਣ ਅਸੀਂ ਇੱਥੇ ਪਰਦੇਸ ਦੇ ਵਿੱਚ ਕਿਵੇਂ ਵਿਚਰੀਏ, ਕਿਹੜਾ ਕਰਮ ਕਰੀਏ ਤਾਂ ਕਿ ਅਸੀਂ ਇੱਥੋਂ ਜਦੋਂ ਵਾਪਸ ਜਾਈਏ ਅਸੀਂ ਇੱਥੋਂ ਲਾਹਾ ਖੱਟ ਕੇ ਜਾਈਏ। ਉਹਦੇ ਵਾਸਤੇ ਫਿਰ ਜਦੋਂ ਅਸੀਂ ਸਤਿਗੁਰਾਂ ਦੀ ਮੱਤ ਲੈਂਦੇ ਹਾਂ, ਫਿਰ ਸਾਨੂੰ ਸਮਝਾਉਂਦੇ ਵੀ ਜਿਵੇਂ ਅਸੀਂ ਤਨ ਵਾਸਤੇ ਇੱਧਰ ਕਿਰਤ ਕਰਦੇ ਹਾਂ, ਚਾਹੇ ਕੋਈ ਆਪਾਂ ਖੇਤੀਬਾੜੀ ਕਰਦੇ ਹਾਂ, ਚਾਹੇ ਕੋਈ ਦੁਕਾਨਦਾਰੀ ਕਰਦਾ ਹੈ, ਕੋਈ ਨੌਕਰੀ ਕਰਦਾ ਹੈ, ਕੋਈ ਦਿਹਾੜੀ ਕਰਦਾ ਹੈ, ਇਹ ਆਪਾਂ ਇਹ ਤਨ ਵਾਸਤੇ ਕਰਦੇ ਹਾਂ, ਸਰੀਰ ਵਾਸਤੇ। ਹੁਣ ਇਸੇ ਤਰ੍ਹਾਂ ਹੀ ਅਸੀਂ ਮਨ ਵਾਸਤੇ ਵੀ ਕਰਨਾ, ਮਨ ਵਾਸਤੇ ਵੀ ਦਿਹਾੜੀ ਕਰਨੀ ਅਤੇ ਉਹ ਮਨ ਵਾਸਤੇ ਫਿਰ ਇਹ ਸਿਮਰਨ ਅਭਿਆਸ। ਜਦੋਂ ਅਸੀਂ ਸਿਮਰਨ ਕਰਾਂਗੇ ਅਤੇ ਅਸੀਂ ਇੱਥੋਂ ਲਾਹਾ ਖੱਟ ਕੇ ਵਾਪਸ ਜਾਵਾਂਗੇ। ਮਹਾਰਾਜ ਫਰਮਾਉਂਦੇ ਹਰ ਹਰ ਨਿਤ ਜਪਿਓ ਜੀਓ ਲਾਹਾ ਖੱਟਿਓ ਦਿਹਾੜੀ। ਕੇਸੋ ਦਿਹਾੜੀ ਲਾਹਾ ਖੱਟ ਕੇ ਆਪਾਂ ਵਾਪਸ ਜਾਣਾ ਅਤੇ ਉਹਦੇ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਇਹ ਆਪਾਂ ਸਿਮਰਨ ਕਰਨਾ ਹੈ। ਜਦੋਂ ਅਸੀਂ ਸਿਮਰਨ ਅਭਿਆਸ ਕਰਾਂਗੇ ਇੱਥੋਂ ਦਿਹਾੜੀ ਲਾਹਾ ਖੱਟ ਕੇ ਵਾਪਸ ਜਾਵਾਂਗੇ ਆਪਣੇ ਦੇਸ਼, ਆਪਣੇ ਘਰ। ਅਤੇ ਮਾਤਾ ਪਿਤਾ ਅੱਗੇ ਇੰਤਜ਼ਾਰ ਕਰਦਾ ਵੀ ਬੱਚਾ ਪਰਦੇਸ ਗਿਆ, ਅਸੀਂ ਕਮਾਈ ਕਰਕੇ ਵਾਪਸ ਆ ਰਹੇ। ਅਤੇ ਸਾਨੂੰ ਗਿਆ ਨੂੰ ਫਿਰ ਘਰ ਸ਼ਾਬਾਸ਼ ਦਿੰਦੇ, ਗੱਲ ਨਾਲ ਲਾਉਂਦੇ ਅਤੇ ਸਾਨੂੰ ਫਿਰ ਸਾਡੇ ਮਨ ਦਾ ਭੋਜਨ ਦਿੱਤਾ ਜਾਂਦਾ ਉੱਥੇ ਥਾਲ ਪਰੋਸ ਕੇ। ਜਿਵੇਂ ਆਪਾਂ ਸੰਸਾਰ ਦੇ ਵਿੱਚ ਦੇਖਦੇ ਹਾਂ ਵੀ ਗੁਰਮੁਖ ਕੰਮਾਂ ਕਾਰਾਂ 'ਤੇ ਜਾਂਦੇ, ਜਦੋਂ ਕੰਮ ਕਾਰ ਤੋਂ ਵਿਹਲੇ ਹੋ ਕੇ ਘਰ ਆਉਂਦੇ ਅਤੇ ਉਹਨਾਂ ਨੂੰ ਫਿਰ ਪ੍ਰਸ਼ਾਦਾ ਭੋਜਨ ਦਿੱਤਾ ਜਾਂਦਾ ਵੀ ਆਹ ਛਕ ਲਓ, ਕੰਮ ਕਰਕੇ ਆਇਓ, ਕਿਰਤ ਕਰਕੇ ਆਇਓ। ਇਸੇ ਤਰ੍ਹਾਂ ਹੀ ਜਦੋਂ ਫਿਰ ਅਸੀਂ ਆਪਦੇ ਦੇਸ਼ ਜਾਂਦੇ, ਸਾਡਾ ਮਾਤਾ ਪਿਤਾ ਸਾਡੇ ਮਨ ਨੂੰ ਫਿਰ ਸਾਡਾ ਭੋਜਨ ਦਿੰਦੇ ਨੇ। ਉਹ ਜਿਹੜਾ ਭੋਜਨ ਹੈ ਉਹਨੂੰ ਕਹਿੰਦੇ ਅੰਮ੍ਰਿਤ ਰਸ। ਉਹ ਫਿਰ ਥਾਲ ਦੇ ਵਿੱਚ ਪਰੋਸ ਕੇ, ਇਹ ਜਿਹੜਾ ਖਾਲੀ ਖਿੱਲਾ ਸੁੰਨ, ਇਹਨੂੰ ਥਾਲ ਦਾ ਨਾਮ ਦਿੱਤਾ ਹੈ। ਅਤੇ ਮਹਾਰਾਜ ਕਹਿੰਦੇ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕਰ ਕਾ ਭਇਓ ਜਿਸ ਕਾ ਸਭ ਸੁਧਾਰੋ। ਜੇ ਕੋ ਖਾਵੇ ਜੇ ਕੋ ਭੁੰਚੇ ਤਿਸ ਕਾ ਹੋਏ ਆਧਾਰ। ਹੁਣ ਉੱਥੇ ਜਦੋਂ ਥਾਲ ਪਰੋਸ ਕੇ ਦਿੱਤਾ ਜਾਂਦਾ, ਫਿਰ ਗੁਰਮੁਖ ਉੱਥੇ ਅਰਦਾਸ ਕਰਦੇ, ਬੇਨਤੀ ਕਰਦੇ। ਉੱਥੇ ਕਿਹੜੀ ਬੇਨਤੀ ਹੁੰਦੀ? ਮਹਾਰਾਜ ਕਹਿੰਦੇ ਨਾਨਕ ਭੂਸਰੀਆਂ ਪਕਾਈਆਂ ਪਾਈਆਂ ਥਾਲੇ ਮਾਹੇ, ਜਿਨ੍ਹਾਂ ਗੁਰੂ ਮਨਾਇਆ ਰੱਜ ਰੱਜ ਸਈ ਖਾਏ।
ਵੀ ਜਿਨ੍ਹਾਂ ਨੇ ਉਹ ਸ਼ਬਦ ਗੁਰੂ ਨੂੰ ਮਨਾ ਲਿਆ, ਜਿਹੜੇ ਉਹ ਸ਼ਬਦ ਗੁਰੂ ਨਾਮ ਦੇ ਨਾਲ ਜੁੜ ਗਏ, ਉਹ ਫਿਰ ਉੱਥੇ ਰੱਜ ਰੱਜ ਕੇ ਖਾਂਦੇ। ਉਹ ਮਨ ਦੀ ਖੁਰਾਕ ਜਿਹੜੀ ਅੰਮ੍ਰਿਤ ਰਸ ਮਨ ਦਾ ਭੋਜਨ ਸਾਡੇ। ਉਹ ਫਿਰ ਜਦੋਂ ਮਨ ਦਾ ਭੋਜਨ ਅੰਮ੍ਰਿਤ ਮਨ ਨੂੰ ਦਿੱਤਾ ਜਾਂਦਾ, ਉਹਦੇ ਨਾਲ ਸਾਡੇ ਮਨ ਨੂੰ ਅਮਰ ਪਦਵੀ ਮਿਲਦੀ। ਉਦੋਂ ਕਹਿੰਦੇ ਅੰਮ੍ਰਿਤ ਪੀਵੇ ਅੰਮ੍ਰਿਤ ਹੋਵੇ, ਵੀ ਉਹ ਸਾਡੇ ਮਨ ਦੀ ਖੁਰਾਕ, ਸਾਡੇ ਮਨ ਦਾ ਭੋਜਨ ਉਹ ਤਾਂਹੀਓ ਮਿਲਦਾ ਜਦੋਂ ਅਸੀਂ ਇੱਧਰੋਂ ਦਿਹਾੜੀ ਲਾਹਾ ਖੱਟ ਕੇ ਜਾਂਦੇ। ਜੇ ਹੁਣ ਅਸੀਂ ਇੱਧਰ ਆਏ ਪ੍ਰਦੇਸ਼ ਦੇ ਵਿੱਚ, ਇੱਥੇ ਆ ਕੇ ਅਸੀਂ ਇਹ ਸਵਾਸ ਸੀ ਜਿਹੜੇ ਇੱਧਰ ਵਿਅਰਥੀ ਵਿਚਾਰਾਂ ਦੇ ਵਿੱਚ ਹੀ ਖਰਚ ਕੀਤੀ ਗਏ, ਸਿਮਰਨ ਕੀਤਾ ਨਹੀਂ, ਨਾ ਸਤਸੰਗਤ ਕੀਤੀ। ਫਿਰ ਜਦੋਂ ਅਸੀਂ ਵਾਪਸ ਜਾਂਦੇ ਤੇ ਸਾਨੂੰ ਗਿਆਂ ਨੂੰ ਝਟਕਾ ਮਿਲਦੀਆਂ, ਬਈ ਤੁਹਾਨੂੰ ਇੰਨਾ ਵਡਮੁੱਲਾ ਕੀਮਤੀ ਧਨ ਸਵਾਸਾਂ ਦਾ ਦੇ ਕੇ ਭੇਜਿਆ ਸੀ ਤੇ ਉੱਥੇ ਸਾਰੇ ਵਿਅਰਥ ਖਰਚ ਕਰੇ ਆਏ। ਇਹ ਧਨ ਦੇ ਬਦਲੇ ਸਾਨੂੰ ਨਾਮ ਰਤਨ ਦੀ ਪ੍ਰਾਪਤੀ ਹੋਣੀ ਸੀ, ਇਹਦੇ ਬਦਲੇ ਸਾਨੂੰ ਅੰਮ੍ਰਿਤ ਰਸ ਦੀ ਪ੍ਰਾਪਤੀ ਹੋਣੀ ਸੀ, ਸਾਡੇ ਮਨ ਦਾ ਭੋਜਨ ਮਿਲਣਾ ਸੀ। ਤੇ ਮਹਾਰਾਜ ਕਹਿੰਦੇ ਵੀ ਹੁਣ ਵਾਰੀ ਸੀ, ਹੁਣ ਬੱਤਰ ਸੀ, ਵੀ ਜੇ ਤੁਸੀਂ ਹੁਣ ਨਹੀਂ ਕਮਾਈ ਕੀਤੀ ਫਿਰ ਅੱਗੇ ਭੁੱਖੇ ਤੁਸੀਂ ਕੀ ਖਾਓਗੇ। ਹੁਣ ਬਤੇ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਗਿਆ ਖਾਈ। ਵੀ ਹੁਣ ਵੇਲਾ ਸੀ, ਹੁਣ ਬੱਤਰ ਸੀ, ਹੁਣ ਸਾਨੂੰ